सत श्री अकाल जी सारिਆਂ ਨੂੰ। मैं हरप्रीत ਅੱਜ ਤੁਹਾਡੇ ਲਈ ਲੈ ਕੇ ਆ ਰਿਹਾ ਹਾਂ ਬੈਂਕਿੰਗ ਅਵੇਅਰਨੈਸ ਦੀ ਬਹੁਤ ਇੰਪੋਰਟੈਂਟ ਵੀਡੀਓ। ਮੋਨੇਟਰੀ ਪਾਲਿਸੀ ਦੀ ਇਹ ਖਾਸ ਕਰਕੇ ਵੀਡੀਓ ਹੋਊਗੀ ਔਰ ਇਹਦੇ ਵਿੱਚੋਂ ਵੀ ਤੁਸੀਂ ਐਕਸਪੈਕਟ ਕਰ ਸਕਦੇ ਹੋ ਕਿ ਇੱਕ ਕੁਐਸਚਨ ਆ ਸਕਦਾ। ਠੀਕ ਹੈ, ਇਹ ਵੀਡੀਓ ਵੈਸੇ 3 ਪਾਰਟਸ ਵਿੱਚ ਕਵਰ ਹੋਊਗੀ, 2 ਜਾਂ 3 ਪਾਰਟ ਵਿੱਚ ਇਹ ਵੀਡੀਓ ਕਵਰ ਹੋਊਗੀ, ਬਟ ਇਹ ਆਪਣੇ ਵਾਸਤੇ ਇੰਪੋਰਟੈਂਟ ਹੋ ਜਾਂਦੀ ਹੈ ਕਿਉਂਕਿ ਬਹੁਤ ਵਾਰ ਆਪਾਂ ਨੂੰ ਜਿਵੇਂ ਕਿਹੜਾ ਆਪਣਾ ਪੇਪਰ ਹੋਇਆ ਸੀ ਸਬ ਇੰਸਪੈਕਟਰ ਦਾ, ਉਹਦੇ ਵਿੱਚ ਵੀ ਮੋਨੇਟਰੀ ਪਾਲਿਸੀ ਦਾ ਸਾਡੇ ਵਾਲੇ ਜਿਨ੍ਹਾਂ ਬੱਚਿਆਂ ਨੇ ਦਿੱਤਾ ਸੀ ਪੇਪਰ, ਸਾਡੇ ਵਾਲੀ ਜਿਹੜੀ ਉਹ ਸੀ ਸ਼ਿਫਟ, ਉਹਦੇ ਵਿੱਚ ਆਇਆ ਹੋਇਆ ਸੀ ਮੋਨੇਟਰੀ ਪਾਲਿਸੀ ਨੂੰ ਲੈ ਕੇ ਹੀ ਇੱਕ ਸਵਾਲ। ਆਪਾਂ ਐਕਸਪੈਕਟ ਕਰਾਂਗੇ ਤਾਂ ਫਿਰ ਵੀ ਆਪਾਂ ਬੈਂਕ ਦਾ ਪੇਪਰ ਦੇਣ ਜਾ ਰਹੇ ਹਾਂ, ਕੋਆਪਰੇਟਿਵ ਬੈਂਕ ਦਾ, ਉਹਦੇ ਵਿੱਚ ਤਾਂ ਇਹੋ ਜਿਹੇ ਸਵਾਲ ਬਣਨ ਦੇ ਪੂਰੇ ਚਾਂਸਸ ਹੁੰਦੇ ਹੀ ਹੁੰਦੇ ਆ। ਠੀਕ ਹੈ, ਔਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਛੋਟੀ ਜਿਹੀ ਗੱਲ ਦੱਸ ਦਿਆਂ ਤੁਹਾਨੂੰ। ਕੱਲ੍ਹ ਮੈਂ ਤੁਹਾਨੂੰ ਕਰਾਇਆ ਸੀ ਨੋਟ ਪ੍ਰਿੰਟਿੰਗ ਅਤੇ ਕੋਇਨ ਪ੍ਰਿੰਟਿੰਗ ਦਾ ਮਤਲਬ ਕਿੱਥੇ ਕਿੱਥੇ ਹੁੰਦੇ ਆ ਨਾ, ਉਹਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਭੁੱਲ ਗਿਆ ਸੀ, ਉਹ ਤੁਸੀਂ ਵੇਖ ਲਓ, ਲਿਖ ਲਓ ਹੁਣ। ਠੀਕ ਹੈ, ਇੱਕ ਹੁੰਦੀ ਹੈ ਜਿਵੇਂ ਨੋਟ ਪ੍ਰਿੰਟਿੰਗ ਕਿੱਥੇ ਕਿੱਥੇ ਹੁੰਦੀ ਆ। ਨੋਟ ਪ੍ਰਿੰਟਿੰਗ ਹੁੰਦੀ ਹੈ ਜੀ ਨਾਸਿਕ, ਮੈਸੂਰ, ਦੇਵਾਸ, ਸਲਬੋਨੀ। ਠੀਕ ਹੈ, ਔਰ ਦੂਸਰੀ ਕੋਇਨ ਪ੍ਰਿੰਟਿੰਗ ਕਿੱਥੇ ਕਿੱਥੇ ਹੁੰਦੀ ਆ। ਕੋਇਨ ਪ੍ਰਿੰਟਿੰਗ ਹੁੰਦੀ ਆ ਨੋਇਡਾ, ਕੋਲਕਾਤਾ, हैदराबाद एंड मुंबई। एक हुंदा स्टाम्प पेपर। स्टाम्प पेपर बारे आपां नहीं लिखिया सी, ओहदा लिखो। स्टाम्प पेपर भी एक तरह का लीगल टेंडर ही यूज़ किया जाता, जिवें 100 रुपए का हो गया, 2000 का हो गया, है ना। इदां करके स्टाम्प पेपर भी एक लीगल टेंडर के तौर पर अजकल वरत्या जा रहा। वैसे 2000 का तो नहीं मैं देखा, 100 का हुंदा, 10 का हुंदा, इदां करके हुंदा स्टाम्प पेपर। सारिਆਂ ने देखा होगा, ਉਹਨੂੰ ਵੀ ਇੱਕ ਤਰ੍ਹਾਂ ਦਾ ਆਪਾਂ ਮੁਦਰਾ ਦੇ ਵਿੱਚ ਹੀ ਗਿਣਦੇ ਹਾਂ। ਠੀਕ ਹੈ, ਸਰਕਾਰੀ ਪੇਪਰ ਹੀ ਹੁੰਦਾ। ਸਟਾਂਪ ਪੇਪਰ ਕਿੱਥੇ ਬਣਦਾ ਜੀ। ਕੋਇਨ ਪ੍ਰਿੰਟਿੰਗ ਆਪਾਂ ਦੇਖ ਲਈ ਸੀ, ਨੋਟ ਪ੍ਰਿੰਟਿੰਗ ਆਪਾਂ ਦੇਖ ਲਈ ਸੀ। ਸਟਾਂਪ ਪੇਪਰ ਦੀ ਪ੍ਰਿੰਟਿੰਗ ਕਿੱਥੇ ਹੁੰਦੀ ਆ। ਇਹਦੀ ਪ੍ਰਿੰਟਿੰਗ ਹੁੰਦੀ ਆ ਪੇਪਰ ਮਿਲ ਦੇ ਵਿੱਚ। ਪੇਪਰ ਮਿਲ ਦੇ ਵਿੱਚ ਕਿੱਥੇ ਪੇਪਰ ਮਿਲ ਕਿੱਥੇ ਬਣੀ ਆ। ਹੋਸ਼ੰਗਾਬਾਦ। ਹੋਸ਼ੰਗਾਬਾਦ ਕਿੱਥੇ ਆ। ਮੱਧ ਪ੍ਰਦੇਸ਼। ਠੀਕ ਹੈ, ਇਹ ਯਾਦ ਕਰ ਲਓ ਜੇ ਜ਼ਰੂਰੀ ਰਹਿ ਗਿਆ ਸੀ ਕੱਲ੍ਹ। ਇਹ ਸਟਾਂਪ ਪੇਪਰ ਵੀ ਕਈ ਵਾਰ ਪੁੱਛ ਲੈਂਦੇ ਵੀ ਇਹਦੀ ਪ੍ਰਿੰਟਿੰਗ ਕਿੱਥੇ ਹੁੰਦੀ ਆ। ਪੇਪਰ ਮਿਲ 'ਚ ਹੁੰਦੀ ਆ ਹੋਸ਼ੰਗਾਬਾਦ 'ਚ। ਇਹ ਹੁਣ 9 ਥਾਵਾਂ ਤੁਹਾਨੂੰ ਯਾਦ ਕਰਾਤੀਆਂ। 4 ਆਲੀਆਂ। ਠੀਕ ਹੈ, 4 ਆਲੀਆਂ ਜਿੱਥੇ ਕੋਇਨ ਪ੍ਰਿੰਟ ਹੁੰਦੇ ਆ, ਅਤੇ ਇੱਕ ਆਲੀ। ਠੀਕ ਹੈ, ਜਿੱਥੇ ਆਪਣਾ ਸਟਾਂਪ ਪੇਪਰ ਬਣਦਾ। ਇਹ ਵੀ ਇੱਕ ਤਰ੍ਹਾਂ ਦਾ ਆਪਣਾ ਲੀਗਲ ਟੈਂਡਰ ਮੰਨਿਆ ਜਾ ਰਿਹਾ। ਠੀਕ ਹੈ, ਤਾਂ ਹੁਣ ਤੁਹਾਨੂੰ ਪਤਾ ਇਹਨਾਂ ਦੇ ਵਿੱਚ ਵਧੀਆ ਤਾਲਮੇਲ ਬਿਠਾਉਣ ਵਾਸਤੇ, ਇਹਨਾਂ ਵਿੱਚ ਬਹੁਤ ਵਧੀਆ ਤਾਲਮੇਲ ਹੋਣਾ ਚਾਹੀਦਾ। ਠੀਕ ਹੈ, ਸਾਰਿਆਂ ਦੇ ਵਿੱਚ, ਇਹਨਾਂ ਨੌਹਾਂ ਦੇ ਵਿੱਚ ਆਪਸੀ ਤਾਲਮੇਲ ਬਹੁਤ ਵਧੀਆ ਹੋਣਾ ਚਾਹੀਦਾ, ਤਾਂ ਹੀ ਮਤਲਬ ਕੰਮ ਚੱਲੂਗਾ ਆਪਣਾ। ਕੁਛ ਕੋਇਨ ਪ੍ਰਿੰਟ, ਮੰਨ ਲਓ ਹੁਣ ਕੋਇਨ ਪ੍ਰਿੰਟਿੰਗ ਵਾਲੇ ਨੋਟਾਂ ਵਾਲਿਆਂ ਨਾਲ ਗੁੱਸੇ ਹੋ ਗਏ ਤਾਂ ਕੰਮ ਕਿੱਥੋਂ ਚੱਲੂਗਾ, ਹੈ ਨਾ। ਤਾਂ ਇਹਨਾਂ ਦੇ ਵਿੱਚ ਜਿਹੜਾ ਤਾਲਮੇਲ ਵਧੀਆ ਬਿਠਾਉਣ ਵਾਸਤੇ ਇੱਕ ਸੰਗਠਨ ਬਣਾਇਆ ਗਿਆ, ਇੱਕ ਔਰਗਨਾਈਜੇਸ਼ਨ ਬਿਠਾਈ ਗਈ। ਤੁਸੀਂ ਲਿਖ ਲਓ ਫੋਰ ਗੁੱਡ ਰਿਲੇਸ਼ਨਸ਼ਿਪ। ਮੈਂ ਤੁਹਾਨੂੰ ਪੰਜਾਬੀ 'ਚ ਲਿਖਾਉਣਾ, ਵੈਸੇ ਵਧੀਆ ਤਾਲਮੇਲ ਬਿਠਾਉਣ ਲਈ, ਵਧੀਆ ਤਾਲਮੇਲ ਇਹਨਾਂ ਦਾ ਕਰਨ ਲਈ ਇੱਕ ਸੰਗਠਨ ਬਣਾਇਆ ਗਿਆ। ਇੱਕ ਸੰਗਠਨ ਹੁੰਦੀ ਆ, ਔਰਗਨਾਈਜੇਸ਼ਨ ਬਣਾਈ ਗਈ। ਕੀ ਨਾਂ ਸੀ ਉਹਦਾ ਔਰਗਨਾਈਜੇਸ਼ਨ ਦਾ। ਉਹਦਾ ਨਾਮ ਸੀਗਾ ਜੀ ਸਿਕਿਉਰਿਟੀ ਪ੍ਰਿੰਟਿੰਗ ਮਿੰਟਿੰਗ ਕਾਰਪੋਰੇਸ਼ਨ। ਅਤੇ ਕਦੋਂ ਬਣੀ ਸੀ ਇਹ ਬਣੀ ਸੀ 2006 ਦੇ ਵਿੱਚ। ਠੀਕ ਹੈ, ਭੁੱਲੋ ਜੇ ਨਾ। ਅਤੇ ਇਹਦੇ ਜਿਹੜੇ ਹੈੱਡਕੁਆਟਰ ਆ, ਇਹਦਾ ਜਿਹੜਾ ਹੈੱਡ ਆਫਿਸ ਆ ਕਿੱਥੇ ਆ, ਹੈੱਡਕੁਆਟਰ ਇਹਦੇ ਇਹ ਹੈਗੇ ਆ ਨਿਊ ਦਿੱਲੀ 'ਚ, ਨਿਊ ਦਿੱਲੀ। ਠੀਕ ਹੈ, ਅਗਰ ਪੇਪਰ ਦੇ ਵਿੱਚ ਕੋਈ ਨਾਂ ਉੱਡਦਾ ਤਾਂ ਹੋਵੇ ਤੁਹਾਨੂੰ, ਮੰਨ ਲਓ ਕੋਈ, ਠੀਕ ਹੈ, ਕੋਈ ਫਾਈਨੈਂਸ ਨੂੰ ਲੈ ਕੇ ਇੰਸਟੀਟਿਊਸ਼ਨ, ਕੋਈ ਬੈਂਕ ਨੂੰ ਲੈ ਕੇ, ਪਰ ਬੈਂਕ ਦੇ ਤਾਂ ਅਲੱਗ ਹੈੱਡਕੁਆਟਰ ਜਿਵੇਂ ਮੁੰਬਈ 'ਚ ਵੀ ਹੈਗੇ ਆ, ਪਰ ਫਾਈਨੈਂਸ ਨਾਲ ਰਿਲੇਟਡ ਜਿਹੜੇ ਇੰਸਟੀਟਿਊਸ਼ਨ ਹੈਗੇ ਨਾ ਉਹ ਮੋਸਟਲੀ ਨਿਊ ਦਿੱਲੀ 'ਚ ਆ। ਠੀਕ ਹੈ, ਫਾਈਨੈਂਸ ਵਾਲੇ ਕਿੱਥੇ ਆ, ਮੋਸਟਲੀ ਨਿਊ ਦਿੱਲੀ 'ਚ। ਓਕੇ, ਹੁਣ ਅੱਜ ਦੇ ਜਿਹੜਾ ਆਪਣਾ ਟੋਪਿਕ ਕਰਨਾ ਹੈਗਾ ਮੋਨੇਟਰੀ ਪਾਲਿਸੀ, ਉਹਨੂੰ ਮਤਲਬ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਕੁਛ ਕੁ ਸਵਾਲ ਪੁੱਛਦਾ। ਠੀਕ ਹੈ, ਹੁਣ ਮੰਨ ਲਓ ਆਪਾਂ ਪੜ੍ਹਿਆ ਸੀਗਾ ਰਿਜ਼ਰਵ ਬੈਂਕ ਆ ਜਿਹੜਾ, ਰਿਜ਼ਰਵ ਬੈਂਕ ਦੇ ਕੋਲੇ ਕੀ ਆ, ਪਾਵਰ ਆ। ਰਿਜ਼ਰਵ ਬੈਂਕ ਹੈਜ਼ ਅ ਪਾਵਰ ਟੂ ਪ੍ਰਿੰਟ ਕਰੰਸੀ, ਹੈ ਨਾ, ਪ੍ਰਿੰਟ
ਕਰੰਸੀ ਨੋਟਸ। ਹੁਣ ਦੇਖੋ ਰਿਜ਼ਰਵ ਬੈਂਕ ਕੋਲੇ ਯਾਰ ਪਾਵਰ ਆ, ਹੈ ਨਾ, ਕਰੰਸੀ ਦੇ ਨੋਟ ਕਿੰਨੇ ਮਰਜ਼ੀ ਛਾਪ ਸਕਦਾ। ਉਹ ਤਾਂ ਤੁਹਾਡੇ ਮਨ ਦੇ ਵਿੱਚ ਕਦੇ ਇਹ ਸਵਾਲ ਆਇਆ ਕਿ ਯਾਰ ਉਹ ਨੋਟ ਇੰਨੇ ਛਾਪ ਦੇ ਆਪਾਂ ਨੂੰ ਵੰਡ ਦੇ ਗਰੀਬੀ ਦੂਰ ਤਾਂ 1 ਮਿੰਟ 'ਚ ਕਰ ਸਕਦੇ ਆ, ਹੈ ਨਾ। ਇਸ ਕੁਐਸਚਨ ਦਾ ਆਨਸਰ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਕੁਛ ਕੁ ਹੋਰ ਐਗਜ਼ਾਮਪਲ ਦਿੰਦਾ। ਹੁਣ ਆਪਾਂ ਲਾਈਫ ਨਾਲ ਜੇ ਕੰਪੇਅਰ ਕਰੀਏ, ਆਪਣੀ ਜਿਹੜੀ ਜ਼ਿੰਦਗੀ ਨਾਲ ਕੁਛ ਚੀਜ਼ਾਂ ਨੂੰ ਜੇ ਕੰਪੇਅਰ ਕਰੀਏ, ਠੀਕ ਹੈ, ਲਾਈਫ ਦੇ ਵਿੱਚ ਸਭ ਤੋਂ ਜ਼ਿਆਦਾ ਮੰਨ ਲਓ ਹੁਣ ਇੱਕ ਥਾਂ 'ਤੇ ਮੈਂ ਤੁਹਾਨੂੰ ਰੱਖ ਦਿੰਦਾ ਗੋਲਡ, ਇੱਕ ਥਾਂ ਤੁਹਾਡੇ ਵਾਸਤੇ ਰੱਖ ਦਿੰਦਾ ਵਾਟਰ, ਠੀਕ ਹੈ। ਹੁਣ ਦੇਖੋ ਇਨ ਟਰਮਸ ਆਫ ਵੈਲਿਊ ਜੇ ਆਪਾਂ ਇਹਨਾਂ ਦੀ ਕੀਮਤ ਦੇ ਆਧਾਰ 'ਤੇ ਵੈਲਿਊ ਜਿਹੜੀ ਆਪਣੀ ਲਾਈਫ ਵਾਸਤੇ ਚਾਹੀਦਾ, ਕਿ ਆਪਾਂ ਪਾਣੀ ਤੋਂ ਬਿਨਾਂ ਜ਼ਿੰਦਾ ਰਹਿ ਸਕਾਂਗੇ? ਨਹੀਂ। ਕਿ ਗੋਲਡ ਤੋਂ ਬਿਨਾਂ ਜ਼ਿੰਦਾ ਰਹਿ ਸਕਦੇ ਹਾਂ? ਬਿਲਕੁਲ ਰਹਿ ਸਕਦੇ ਹਾਂ। ਸੋ ਜਿਹੜੀ ਆਪਣੀ ਵੈਲਿਊ ਹੈ ਇਨ ਟਰਮਸ ਆਫ ਲਾਈਫ, ਗੋਲਡ ਦੀ ਜਿਹੜੀ ਵੈਲਿਊ ਉਹ ਘੱਟ ਆ ਲਾਈਫ ਦੇ ਕੰਪੈਰੇਟਿਵ। ਬਈ ਜੇ ਆਪਣੀ ਜ਼ਿੰਦਗੀ ਨੂੰ ਜਿਉਣ ਲਈ ਗੋਲਡ ਨਹੀਂ ਇੰਨਾ ਜ਼ਿਆਦਾ ਜ਼ਰੂਰੀ ਜਿੰਨਾ ਕਿ ਪਾਣੀ ਚਾਹੀਦਾ, ਠੀਕ ਹੈ। ਹੁਣ ਇਨ ਟਰਮਸ ਆਫ ਮੈਂ ਇੱਥੇ ਪ੍ਰਾਈਸ ਦੇਖਾਂ, ਇਨ ਟਰਮਸ ਆਫ ਜੇ ਮੈਂ ਇੱਥੇ ਪ੍ਰਾਈਸ ਦੀ ਗੱਲ ਕਰਾਂ ਤਾਂ ਗੋਲਡ ਦਾ ਪ੍ਰਾਈਸ ਬਹੁਤ ਜ਼ਿਆਦਾ, ਵਾਟਰ ਦਾ ਪ੍ਰਾਈਸ ਬਹੁਤ ਘੱਟ ਆ। ਤੁਸੀਂ ਆਮ ਹੀ ਆਪਣੇ ਦੇਖਿਆ ਹੋਊਗਾ ਫਿਲਟਰ ਆਰ ਓ ਲੱਗੇ ਹੈਗੇ 20 ਆਪਣੇ 10 ਰੁਪਏ ਦੇ ਵਿੱਚ 20 ਲੀਟਰ ਦੀ ਕੈਨੀ ਮਿਲ ਜਾਂਦੀ ਆ, ਹੈ ਨਾ। ਤਾਂ ਪਾਣੀ ਦੀ ਵੈਲਿਊ ਆ ਬਹੁਤ ਘੱਟ ਆ, ਅਤੇ ਗੋਲਡ ਦੀ ਗੋਲਡ ਦੀ ਜਿਹੜੀ ਪ੍ਰਾਈਸਿੰਗ ਵੈਲਿਊ ਉਹ ਜ਼ਿਆਦਾ। ਇਨ ਟਰਮਸ ਆਫ ਜੇ ਆਪਾਂ ਲਾਈਫ ਨੂੰ ਜਿਉਣ ਵਾਸਤੇ ਵੈਲਿਊ ਦੀ ਗੱਲ ਕਰੀਏ ਤਾਂ ਵਾਟਰ ਦੀ ਜਿਹੜੀ ਮੋਨੇਟਰੀ ਵੈਲਿਊ ਆ ਉਹ ਬਹੁਤ ਜ਼ਿਆਦਾ, ਗੋਲਡ ਦੀ ਮੋਨੇਟਰੀ ਵੈਲਿਊ ਬਹੁਤ ਘੱਟ ਆ। ਇੰਨਾ ਕਿ ਵਾਰੀ ਤੁਸੀਂ ਸਮਝ ਲੱਗ ਗਈ ਇਹ ਕਿਉਂ ਹੁੰਦਾ, ਇਹ ਐਂ ਕਿਉਂ ਆ, ਮਤਲਬ ਪ੍ਰਾਈਸ ਦਾ ਇੰਨਾ ਜ਼ਿਆਦਾ ਡਿਫਰੈਂਸ ਕਿਉਂ ਇਹਨਾਂ ਦੋਨਾਂ 'ਚ? ਡਿਊ ਟੂ ਅਵੇਲੇਬਿਲਿਟੀ ਸਪੈਲਿੰਗ ਦੇਖ ਲਓ ਜੀ ਯਾਰ, ਇਹੀ ਹੋਣ ਗਿਆ। ਡਿਊ ਟੂ ਅਵੇਲੇਬਿਲਿਟੀ ਇਹਨਾਂ ਦਾ ਜਿਹੜਾ ਪ੍ਰਾਈਸ ਦਾ ਇੰਨਾ ਡਿਫਰੈਂਸ ਹੈਗਾ, ਠੀਕ ਹੈ। ਹੁਣ ਦੇਖੋ ਇੱਕ ਮੈਂ ਤੁਹਾਨੂੰ ਹੋਰ ਐਗਜ਼ਾਮਪਲ ਜਿਹਾ ਦਿੰਦਾ। ਮੰਨ ਲਓ ਇੱਕ ਟਾਈਮ ਦੇ ਲਈ ਤੁਸੀਂ ਫਰਜ਼ ਕਰੋ RBI ਨੇ ਪੈਸੇ ਕਰਤੇ, ਪੈਸੇ ਬਹੁਤ ਜ਼ਿਆਦਾ ਛਾਪਤੇ, ਠੀਕ ਹੈ। ਤੁਹਾਡੀਆਂ ਜੇਬਾਂ 'ਚ ਲੱਖ ਰੁਪਈਆ ਭਰਤਾ, ਸਾਰਿਆਂ ਦੀਆਂ ਜੇਬਾਂ 'ਚ। ਮੈਂ ਮੰਨ ਕੇ ਚੱਲੂੰਗਾ ਸਾਰੇ ਇੱਥੇ ਆਪਣੇ ਮਿਡਲ ਕਲਾਸ ਵਾਲੇ ਬੈਠੇ ਆ, ਤੁਹਾਡੀਆਂ ਜੇਬਾਂ ਦੇ ਵਿੱਚ ਲੱਖ ਰੁਪਈਆ ਭਰਤਾ ਕਿ ਹਾਂ ਤੁਹਾਡੀ ਹੁਣ ਸੱਜੀ ਜੇਬ ਦੇ ਵਿੱਚ ਹੁਣ ਤੁਸੀਂ ਨਾਲ ਫੋਨ 'ਤੇ ਵੀਡੀਓ ਵੀ ਦੇਖ ਰਹੇ ਹੋ ਮੇਰੀ, ਅਤੇ ਨਾਲ ਸੱਜੀ ਜੇਬ 'ਚ ਲੱਖ ਰੁਪਈਆ ਵੀ ਪਿਆ, ਹੈ ਨਾ। ਹੁਣ ਤੁਸੀਂ ਅੱਗੇ ਮੰਨ ਲਓ ਜਿਵੇਂ ਜਾਂਦੇ ਸੀ ਕੋਈ ਗੇਮ ਵਗੈਰਾ ਖੇਡਣ, ਸਨੂਕਰ ਵਗੈਰਾ ਖੇਡਣ, ਠੀਕ ਹੈ। ਪਹਿਲਾਂ ਉਹਦਾ ਰੇਟ ਮੰਨ ਲਓ ਹੁਣ 120 ਰੁਪਏ ਸੀ, ਠੀਕ ਹੈ। ਆਪਣਾ ਮੈਂ 160 ਰੁਪਏ ਲੈਣਾ, ਠੀਕ ਹੈ। 160 ਰੁਪਏ ਰੇਟ ਸੀਗਾ, ਠੀਕ ਹੈ। 160 ਰੁਪਏ ਘੰਟੇ ਦਾ। ਹੁਣ ਤੁਹਾਡੀ ਜੇਬ 'ਚ ਕੀ ਹੈ? ਸੱਜੀ ਜੇਬ 'ਚ ਲੱਖ ਰੁਪਈਆ, ਹੁਣ 1 ਲੱਖ ਰੁਪਈਆ ਤੁਹਾਡੀ ਸੱਜੀ ਜੇਬ 'ਚ। ਅੱਗੇ ਤੁਸੀਂ ਕੀ ਕਰਦੇ ਸੀ? ਇਕੱਲਾ 1 ਘੰਟਾ ਖੇਡ ਕੇ ਬਸ ਉਹਨੂੰ 160 ਰੁਪਏ ਦੇ ਕੇ ਬਹੁਤ ਵਾਰ ਸੋਚਦੇ ਸੀ ਯਾਰ 150 ਲੈ ਲਾ, ਯਾਰ 150 ਲੈ ਲਾ, ਹੈ ਨਾ। ਪਰ ਉਹ 160 ਰੁਪਏ ਦੇ ਕੇ ਆ ਜਾਂਦੇ ਸੀ, ਘੰਟਾ ਹੀ ਖੇਡਦੇ ਸੀ। ਹੁਣ ਤੁਸੀਂ ਕੀ ਕਰੋਗੇ? ਹੁਣ ਤੁਸੀਂ ਉਹਦੇ ਕੋਲ ਜਾਓਗੇ, ਪਹਿਲਾਂ ਤਾਂ ਯਾਰ ਸਨੂਕਰ ਖੇਡਣ ਤੋਂ ਪਹਿਲਾਂ ਤੁਸੀਂ ਕੁਝ ਖਾਣ ਪੀਣ ਨੂੰ ਔਡਰ ਕਰੋਗੇ। ਪਹਿਲਾਂ ਤਾਂ ਸਾਨੂੰ ਬਈ ਕੁਝ ਖਾਣ ਪੀਣ ਨੂੰ ਦੇ ਦੇ, ਵਾਹਵਾ ਸਾਰੇ ਬਰਗਰ ਵਗੈਰਾ ਜੋ ਵੀ ਤੁਸੀਂ ਖਾਣਾ ਉਹ ਪਹਿਲਾਂ ਤੁਸੀਂ ਔਡਰ ਕਰੋਗੇ ਕਿ ਹਾਂ ਮੇਰੀ ਹੁਣ ਸੱਜੀ ਜੇਬ 'ਚ ਪੈਸੇ ਆ। ਅੱਗੇ ਤੁਸੀਂ 150 ਰੁਪਈਆ ਦੇਣ ਦੀ ਕਹਿੰਦੇ ਹੁੰਦੇ ਸੀ, ਬਾਈ ਯਾਰ 150 ਲੈ ਲਾ। ਹੁਣ ਤੁਸੀਂ ਕਹੋਗੇ ਯਾਰ ਨਹੀਂ ਤੂੰ ਐਂ ਚੱਕ 180 ਚੱਕ, ਜਾਂ ਤੂੰ 200 ਹੀ ਚੱਕ। ਖੁੱਲ੍ਹੇ ਉਹਨੇ ਕਹਿਣਾ ਖੁੱਲ੍ਹੇ ਹੈ ਨਹੀਂ, ਤੁਸੀਂ ਕਹਿਣਾ ਹਾਂ ਯਾਰ ਤੂੰ 200 ਹੀ ਚੱਕ, ਹੈ ਨਾ। ਗੱਲ ਕਰਦੇ ਹਾਂ ਮਤਲਬ ਇੱਕ ਵਾਰੀ ਤਾਂ ਤੁਸੀਂ ਐਂ ਫੁੱਲੇ ਉਹਨੂੰ ਦੇ ਦੋਗੇ ਬਸ। ਅੱਗੇ ਤੁਸੀਂ 1 ਘੰਟਾ ਖੇਡਦੇ ਸੀ, ਹੁਣ ਤੁਸੀਂ 2 ਘੰਟੇ ਖੇਡਣ ਲੱਗ ਗਏ, ਠੀਕ ਹੈ। ਇੱਦਾਂ ਕਰਕੇ ਕੀ ਹੋ ਗਿਆ? ਤੁਹਾਡੀ ਜਿਹੜੀ ਡਿਮਾਂਡ ਆ ਉਹ ਬਹੁਤ ਜ਼ਿਆਦਾ ਵੱਧ ਗਈ, ਅਤੇ ਤੁਹਾਡੀ ਜਿਹੜੀ ਹੁਣ ਮਨੀ ਆ, ਤੁਹਾਡੀ ਜੇਬ 'ਚ ਮਨੀ ਆ, ਪੈਸਾ ਹੈਗਾ, ਹੈ ਨਾ। ਅਤੇ ਹੁਣ ਤੁਸੀਂ ਪੈਸਾ ਲਗਾਉਣ ਬਾਰੇ ਸੋਚ ਨਹੀਂ ਰਹੇ, ਸਿੱਧਾ ਬਸ ਜਿਹੜੀ ਚੀਜ਼ ਮਨ 'ਚ ਆਈ ਉਹ ਖਰੀਦ ਰਹੇ ਹੋ। ਜ਼ਿਆਦਾ ਆਪਾਂ ਖਰੀਦਾਂਗੇ, ਪਰਚੇਜ਼ਿੰਗ ਪਾਵਰ ਕੀ ਆ ਆਪਣੀ ਜ਼ਿਆਦਾ ਹੋ ਗਈ, ਤਾਂ ਆਟੋਮੈਟਿਕਲੀ ਉਹ ਹੁਣ ਪ੍ਰਾਈਸ ਵੱਧ ਜਾਣਗੇ। ਕਿਉਂ ਵੱਧ ਜਾਣਗੇ? ਹੁਣ ਉਹ ਬੰਦਾ ਦੇਖੂਗਾ ਯਾਰ ਅੱਗੇ ਤਾਂ ਇਹ ਮੈਨੂੰ 150 ਦਿੰਦੇ ਸੀ, ਅੱਜ 200 ਰੁਪਏ ਦੇਈ ਜਾਂਦੇ। ਐਂ ਨਹੀਂ ਵੀ ਤੁਹਾਡੇ ਇਕੱਲੇ ਕੋਲ ਆ, ਸਾਰਿਆਂ ਦੇ ਕੋਲ ਹੀ ਮੰਨ ਲਓ ਆ ਪੈਸੇ ਆ, ਲੱਖ ਰੁਪਈਆ ਸਾਰਿਆਂ ਦੇ ਕੋਲ ਪੈਸੇ ਆ, ਠੀਕ ਹੈ। ਉਹ ਸੋਚੂਗਾ ਯਾਰ ਇਹ ਤਾਂ ਹੁਣ ਮਤਲਬ 160 ਤੋਂ ਵੀ ਹੁਣ 200 ਦੇਈ ਜਾਂਦੇ ਆ, ਹੁਣ ਮੈਂ ਨਾ ਰੇਟ ਵਧਾ ਦਿੰਦਾ, ਐਂ ਕਰਦਾ ਮੈਂ ਹੁਣ ਆਪਦਾ ਰੇਟ ਵਧਾ ਦਿੰਦਾ। ਅੱਗੇ ਮੈਂ ਇਹਨਾਂ ਨੂੰ ਬਰਗਰ ਮੰਨ ਲਓ 40 ਦੇ ਦਿੰਦਾ ਸੀ, ਹੁਣ ਮੈਂ ਬਰਗਰ ਦਾ ਰੇਟ ਕਰ ਦਿੰਦਾ 80 ਰੁਪਏ ਕਰ ਦੇਣਾ, ਦੁੱਗਣਾ ਹੀ ਕਰ। ਇਹਨਾਂ ਨੂੰ ਹੁਣ ਖਰੀਦ ਰਹੇ ਆ, ਡਿਮਾਂਡ ਵੱਧ ਰਹੀ ਆ, ਅਤੇ ਉਹ ਰੇਟ ਵਧਾ ਦੂਗਾ। ਅੱਗੇ ਉਹ 160 ਰੁਪਏ ਲੈ ਰਿਹਾ ਸੀ, ਹੁਣ ਉਹ 190 ਕਰ ਦੂਗਾ ਜਾਂ 180 ਕਰ ਦੂਗਾ, ਹੈ ਨਾ। ਆਟੋਮੈਟਿਕਲੀ ਉਹਦੇ ਦਿਮਾਗ 'ਚ ਇਹ ਗੱਲ ਆਊਗੀ ਕਿ ਹਾਂ ਹੁਣ ਮੇਰੀ ਇਹ ਚੀਜ਼ ਵਿਕ ਰਹੀ ਆ, ਹੁਣ ਮੈਂ ਇਹਦਾ ਜੇ ਪ੍ਰਾਈਸ ਵਧਾ ਵੀ ਦੇਵਾਂ ਤਾਂ ਡਿਮਾਂਡ 'ਚ ਕੋਈ ਉਹਨਾਂ ਦੀ ਫਰਕ ਨਹੀਂ ਪੈਣਾ, ਹੈ ਨਾ, ਕਿਉਂਕਿ ਲੋਕਾਂ ਦੀ ਜੇਬਾਂ 'ਚ ਪੈਸੇ ਭਰ ਗਏ। ਹੁਣ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦਿੰਦਾ। ਇੱਕ ਮੇਰੇ ਖਿਆਲ ਵਿਆਨਾ ਦੀ RBI ਨੇ, ਹਾਂ ਸ਼ਾਇਦ ਵਿਆਨਾ ਦੀ RBI ਸੀਗੀ, ਠੀਕ ਹੈ। ਉਹਨੇ ਕੀ ਕੀਤਾ?
ਉਹਨਾਂ ਨੇ ਨੋਟ ਛਾਪ ਕੇ ਆਈ ਲੋਕਾਂ ਦੇ ਵਿੱਚ ਵੰਡਤੇ ਵੀ ਗਰੀਬੀ ਖਤਮ ਕਰਾਂਗੇ। ਹੁਣ ਜਿਹੜਾ ਇੱਕ ਬ੍ਰੈਡ ਦਾ ਪੈਕਟ ਹੁੰਦਾ ਆਪਣਾ, ਮੰਨ ਲਓ ਇਹ ਵਾਲਾ ਬ੍ਰੈਡ ਦਾ ਪੈਕਟ ਆ ਸਿੰਪਲ, ਜਿਹੜਾ ਆਪਣੇ ਇੱਥੇ 20 ਰੁਪਏ ਤੋਂ 30 ਰੁਪਏ ਦੇ ਵਿੱਚ ਮਿਲਦਾ, 10 ਵਾਲਾ ਵੀ ਹੁੰਦਾ, ਉੱਥੇ ਵਿਆਹਾਂ ਦੇ ਵਿੱਚ ਇਹੀ ਬ੍ਰੈਡ ਦਾ ਪੈਕਟ ਯਕੀਨ ਨਹੀਂ ਕਰੋਗੇ 1.5 ਲੱਖ ਰੁਪਏ ਦਾ ਇੱਕ ਪੈਕਟ ਵਿਕਿਆ, 1.5 ਲੱਖ ਦਾ। ਮਤਲਬ ਉੱਥੇ ਇੰਨਾ ਜ਼ਿਆਦਾ ਪੈਸਾ ਮਾਰਕੀਟ ਵਿੱਚ ਆ ਚੁੱਕਿਆ ਸੀ ਕਿ ਹੁਣ ਸਾਰੇ ਉਸ ਚੀਜ਼ ਨੂੰ ਖਰੀਦਣ ਲਈ ਠੀਕ ਸੀਗੇ, ਹੈ ਨਾ। ਮਤਲਬ ਜਿਵੇਂ ਜਿੰਨਾ ਜ਼ਿਆਦਾ ਪੈਸਾ ਆਪਣੀ ਮਾਰਕੀਟ ਵਿੱਚ ਹੋਊਗਾ, ਉਸ ਪੈਸੇ ਦੀ ਵੈਲਿਊ ਉਨੀ ਜ਼ਿਆਦਾ ਘਟਣੀ ਸ਼ੁਰੂ ਹੋ ਜੂਗੀ, ਠੀਕ ਹੈ, ਕਦਰ ਘਟਣੀ ਸ਼ੁਰੂ ਹੋ ਜੂ। ਜਦੋਂ ਆਪਾਂ ਆਮ ਹੀ ਆਪਾਂ ਦੇਖਦੇ ਹਾਂ ਨਾ, ਜਦੋਂ ਕਿਸੇ ਚੀਜ਼ ਦੀ ਆਪਣੇ ਕੋਲ ਬਹੁਤਾਤ ਮਾਤਰਾ ਹੋ ਜਾਂਦੀ ਆ, ਉਦੋਂ ਉਸ ਚੀਜ਼ ਦੀ ਵੈਲਿਊ ਘੱਟ ਜਾਂਦੀ ਆ। ਜਦੋਂ ਆਪਣੇ ਕੋਲ ਉਹ ਚੀਜ਼ ਥੋੜ੍ਹੀ ਹੁੰਦੀ ਆ, ਠੀਕ ਹੈ, ਲਿਮਟਿਡ ਹੁੰਦੀ ਆ, ਫਿਰ ਆਪਾਂ ਸੋਚ ਕੇ ਕਦਮ ਧਰਦੇ ਹਾਂ, ਯਾਰ ਨਹੀਂ ਆਪਾਂ ਇਕੱਲੀਆਂ ਜ਼ਰੂਰੀ ਚੀਜ਼ਾਂ ਹੀ ਖਰੀਦੀਏ, ਠੀਕ ਹੈ। ਜੇ ਆਪਣੇ ਕੋਲ ਪੈਸਾ ਥੋੜ੍ਹਾ ਹੋਊਗਾ, ਆਪਾਂ ਸੋਚ ਸਮਝ ਕੇ ਚੀਜ਼ਾਂ ਖਰੀਦਾਂਗੇ। ਆਪਣੀ ਪਰਚੇਜ਼ਿੰਗ ਪਾਵਰ ਕੀ ਆ, ਹੁਣ ਆਪਣੀ ਡਾਊਨ ਆ, ਸਪੋਜ਼ ਕਰੋ ਡਾਊਨ ਆ, ਠੀਕ ਹੈ, ਤਾਂ ਆਪਾਂ ਆਟੋਮੈਟਿਕਲੀ ਚੀਜ਼ਾਂ ਨੂੰ ਘੱਟ ਖਰੀਦਾਂਗੇ ਤਾਂ ਪ੍ਰਾਈਸਿਸ ਕੀ ਆ, ਆਟੋਮੈਟਿਕਲੀ ਡਾਊਨ ਹੋਣਗੇ, ਠੀਕ ਹੈ। ਪ੍ਰਾਈਸ ਆਫ ਥਿੰਗਸ ਆਟੋਮੈਟਿਕਲੀ ਗੋ ਡਾਊਨਸ, ਠੀਕ ਹੈ। ਸਮਝ ਲੱਗ ਗਈ ਇਹਨਾਂ। ਹੁਣ ਕਿਉਂ ਨਹੀਂ RBI ਛਾਪਦੀ ਪੈਸੇ, ਇਹ ਮੈਂ ਤੁਹਾਨੂੰ ਦੱਸਦਾ। ਹੁਣ ਕਦੇ ਇਹ ਨਾ ਸੋਚੋ ਜੇ ਕਿ ਯਾਰ, ਹੁਣ ਮੰਨ ਲਓ ਤੁਹਾਨੂੰ ਕਿਸੇ ਨੇ ਪੁੱਛਿਆ, ਹੈ ਨਾ, ਮੰਨ ਲਓ ਹੁਣ ਤੁਹਾਡੇ ਜਵਾਕਾਂ ਨੇ ਗਾਂਹ ਜਾ ਕੇ ਪੁੱਛਿਆ ਕਿ ਪਾਪਾ ਮੇਰਾ ਮਤਲਬ ਇਹ ਸਵਾਲ ਦਾ ਜਵਾਬ ਦੇ ਕਿ RBI ਜੇ ਨੋਟ ਛਾਪਦੀ ਆ ਤਾਂ ਇੰਨੇ ਕਿਉਂ ਨਹੀਂ ਛਾਪਦੀ ਕਿ ਆਪਾਂ ਨੂੰ ਜੇਬਾਂ ਭਰਦੇ। ਤੁਸੀਂ ਫਿਰ ਉਹਦਾ ਆਨਸਰ ਚੰਗੀ ਤਰ੍ਹਾਂ ਦੇ ਸਕਦੇ ਹੋ। ਇੰਨਾ ਮੈਂ ਹੁਣ ਸਮਝਦਾ ਕਿ ਤੁਸੀਂ ਹੁਣ ਕੈਪੇਬਲ ਹੋ ਚੁੱਕੇ ਹੋ ਇਸ ਵੀਡੀਓ ਤੋਂ ਬਾਅਦ, ਹੁਣ ਉਹਨਾਂ ਦੇ ਆਨਸਰ ਦੇ ਸਕਦੇ ਹਾਂ, ਠੀਕ ਹੈ। ਹਾਂ, ਹੁਣ ਜਿਹੜੀ RBI ਆ, ਕੁਛ ਟੂਲ RBI ਦੇ ਕੋਲ ਹੁੰਦੇ ਆ, RBI ਕੋਲ ਵੀ ਕੁਛ ਟੂਲ ਹੁੰਦੇ ਆ ਕਿ ਉਹ ਇਸ ਚੀਜ਼ ਨੂੰ ਕੰਟਰੋਲ ਕਰੇ। ਵੈਸੇ ਮਹਿੰਗਾਈ ਵਧਣ ਨੂੰ ਕਹਿੰਦੇ ਇਨਫਲੇਸ਼ਨ, ਠੀਕ ਹੈ। ਹੁਣ RBI ਕੋਲ ਵੀ ਟੂਲ ਹੈਗੇ ਆ ਕਿ ਉਹ ਇਨਫਲੇਸ਼ਨ ਨੂੰ ਕੰਟਰੋਲ ਕਰ ਸਕਦੀ ਆ, ਅਤੇ ਗੌਰਮੈਂਟ ਆਫ ਇੰਡੀਆ ਦੇ ਕੋਲ ਵੀ ਕੁਛ ਕੁ ਟੂਲਸ ਹੈਗੇ ਆ ਕਿ ਉਹ ਮਨੀ ਦੇ ਫਲੋ ਨੂੰ ਇੱਥੇ ਕੰਟਰੋਲ ਕਰ ਸਕਦੀ ਆ, ਠੀਕ ਹੈ। ਹੁਣ ਮੈਂ ਤੁਹਾਨੂੰ ਉਹਦੇ ਬਾਰੇ ਕੁਛ ਥੋੜ੍ਹਾ ਜਿਹਾ ਲਿਖਵਾਉਣ ਲੱਗਿਆ, ਅਤੇ ਕਾਪੀਆਂ ਖੋਲ੍ਹ ਲਓ, ਲਿਖ ਲਓ ਜੀ, ਠੀਕ ਹੈ। ਹੁਣ ਮੈਂ ਇੰਨਾ ਤਾਂ ਦੱਸਤਾ, ਜੇ ਕਰੰਸੀ ਬਹੁਤ ਜ਼ਿਆਦਾ ਹੋ ਜੂਗੀ ਤਾਂ ਉਹਦੇ ਪੈਰਾਂ ਵਿੱਚ ਰੁਲਣੀ ਸ਼ੁਰੂ ਹੋ ਜੂਗੀ, ਤਾਂ ਉਹਦੀ ਵੈਲਿਊ ਜਿਹੜੀ ਆ ਘੱਟ ਜੂਗੀ। ਹੁਣ RBI ਦੇ ਕੋਲ ਇੱਕ ਮੋਨੇਟਰੀ ਪਾਲਿਸੀ ਨਾਮ ਦਾ ਟੂਲ ਹੁੰਦਾ। RBI ਇੱਕ ਮੋਨੇਟਰੀ ਪਾਲਿਸੀ ਬਣਾਉਂਦੀ ਹੈ, ਠੀਕ ਹੈ। ਮੋਨੇਟਰੀ ਪਾਲਿਸੀ ਦੇ ਵਿੱਚ ਕੀ ਆ, ਇਹਨਾਂ ਕੋਲ ਕੁਛ ਟੂਲ ਹੁੰਦੇ ਆ। ਮੋਨੇਟਰੀ ਪਾਲਿਸੀ ਵਿੱਚ ਇਹਨਾਂ ਕੋਲ ਕੁਛ ਟੂਲ ਹੁੰਦੇ ਆ। ਵੈਸੇ ਇਹ ਗੱਲਾਂ ਮੈਂ ਤੁਹਾਨੂੰ ਸਿੱਧਾ ਵੀ ਦੱਸ ਸਕਦਾ ਸੀ, ਪਰ ਮੈਂ ਫਿਰ ਵੀ, ਕਈ ਬੱਚੇ ਨੋਟਸ ਬਣਾ ਰਹੇ ਆ, ਠੀਕ ਹੈ, ਤਾਂ ਉਹ ਨਾਲ ਲਿਖ ਵੀ ਸਕਦੇ ਆ। ਟੂਲਸ ਹੁੰਦੇ ਹਨ ਜੋ ਇਸਤੇਮਾਲ ਕਰਦੇ ਆ, ਜੋ RBI ਇਸਤੇਮਾਲ ਕਰਦੀ ਹੈ, ਕੀ ਕਰਨ 'ਚ ਕਰਦੀ ਹੈ, ਮਾਰਕੀਟ ਵਿੱਚ ਪੈਸੇ ਦੇ ਫਲੋ ਨੂੰ ਕੰਟਰੋਲ ਕਰਨ ਵਾਸਤੇ, ਜਾਂ ਮਾਰਕੀਟ ਨੂੰ ਕੰਟਰੋਲ ਕਰਨ ਲਈ, ਠੀਕ ਹੈ। ਹੁਣ ਇੰਗਲਿਸ਼ ਵਾਲੇ ਇਹ ਵੀ ਲਿਖ ਲਓ, ਜਿਹੜਾ RBI ਦੀ ਜਿਹੜੀ ਮੋਨੇਟਰੀ ਪਾਲਿਸੀ ਆ, ਉਹ ਕਾਹਦੇ ਲਈ ਹੁੰਦੀ ਆ, ਟੂ ਕੰਟਰੋਲ ਦਾ ਫਲੋ ਆਫ ਫੰਡਸ ਇਨ ਇਕੋਨਮੀ, ਠੀਕ ਹੈ। ਹੁਣ ਜਿਹੜੀ ਮਤਲਬ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਵੀ ਮੋਨੇਟਰੀ ਪਾਲਿਸੀ ਔਰ ਜੋ ਹੈ ਮਤਲਬ ਆਪਣੀ ਮਾਰਕੀਟ ਵਿੱਚ ਪੈਸੇ ਦੇ ਫਲੋ ਨੂੰ ਕੰਟਰੋਲ ਕਰਨ ਵਾਸਤੇ ਦੋ ਤਰੀਕੇ ਨਾਲ ਕੰਟਰੋਲ ਕੀਤੇ ਜਾ ਸਕਦੇ ਆ। ਇੱਕ ਤਾਂ ਗੌਰਮੈਂਟ ਆਫ ਇੰਡੀਆ ਕੰਟਰੋਲ ਕਰਦੀ ਆ, ਠੀਕ ਹੈ, ਔਰ ਇੱਕ RBI ਕੰਟਰੋਲ ਕਰਦੀ ਆ। ਗੌਰਮੈਂਟ ਆਫ ਇੰਡੀਆ ਦੀ ਹੁੰਦੀ ਹੈ ਫਿਸਕਲ ਪਾਲਿਸੀ। ਵੈਸੇ ਇਹ ਵਾਲਾ ਆਪਣੇ ਸਿਲੇਬਸ 'ਚ ਨਹੀਂ ਹੈਗਾ, ਠੀਕ ਹੈ। ਉਂਝ ਮੈਂ ਤੁਹਾਨੂੰ ਦੱਸ ਦਿੰਦਾ, ਗੌਰਮੈਂਟ ਆਫ ਇੰਡੀਆ ਕੀ ਬਣਾਉਂਦੀ ਆ, ਫਿਸਕਲ ਪਾਲਿਸੀ ਬਣਾਉਂਦੀ ਆ। RBI ਕੀ ਬਣਾਉਂਦੀ ਆ, RBI ਦੇ ਕੋਲ ਟੂਲ ਹੈਗਾ ਮੋਨੇਟਰੀ ਪਾਲਿਸੀ, ਠੀਕ ਹੈ। ਪੈਸੇ ਨੂੰ ਕੰਟਰੋਲ ਕਰਨ ਲਈ ਦੋ ਤਰੀਕੇ ਆ, ਠੀਕ ਹੈ। ਇੱਕ RBI ਦੇ ਕੋਲ, ਇੱਕ ਗੌਰਮੈਂਟ ਆਫ ਇੰਡੀਆ ਦੇ ਕੋਲ।
ਗਵਰਨਮੈਂਟ ਆਫ ਇੰਡੀਆ ਕੀ ਕਰਦੀ ਆ, ਉਹ ਫਿਸਕਲ ਪਾਲਿਸੀ ਬਣਾਉਂਦੀ ਆ। ਆਰਬੀਆਈ ਕੀ ਕਰਦੀ ਆ, ਮੋਨੀਟਰੀ ਪਾਲਿਸੀ ਬਣਾਉਂਦੀ ਆ। ਫਿਸਕਲ ਪਾਲਿਸੀ ਦੇ ਵਿੱਚ ਟੈਕਸ ਵਗੈਰਾ ਕਰਦੀ ਆ ਜਾਂ ਐਕਸਪੈਂਡੀਚਰ ਵਗੈਰਾ, ਹੈ ਨਾ, ਜੋ ਵੀ ਉਹਦਾ ਐਕਸਪੈਂਡੀਚਰ ਅਤੇ ਰੈਵਨਿਊ ਵਗੈਰਾ ਹੁੰਦਾ ਸਾਰਾ ਕੁਛ, ਉਹ ਤੁਹਾਨੂੰ ਇਕਨੋਮਿਕਸ ਦਾ ਪਾਰਟ ਆ, ਉਹ ਆਪਣਾ ਬੈਂਕਿੰਗ ਦਾ ਪਾਰਟ ਨਹੀਂ ਹੈਗਾ। ਆਰਬੀਆਈ ਦੇ ਵਿੱਚ ਆਪਾਂ ਪੜ੍ਹਾਂਗੇ ਮੇਨਲੀ ਆਪਾਂ ਮੋਨੀਟਰੀ ਪਾਲਿਸੀ, ਠੀਕ ਹੈ। ਹੁਣ ਦੇਖੋ ਮੈਂ ਤੁਹਾਨੂੰ ਕਿਹਾ ਆਰਬੀਆਈ ਕੀ ਬਣਾਉਂਦੀ ਹੈ, ਮੋਨੀਟਰੀ ਪਾਲਿਸੀ। ਆਰਬੀਆਈ ਕੋਈ ਬੰਦਾ ਤਾਂ ਹੈ ਨਹੀਂ ਗਾ, ਆਰਬੀਆਈ ਤਾਂ ਇੱਕ ਬਹੁਤ ਸਾਰੇ ਜਣਿਆਂ ਦਾ ਸੰਗਠਨ ਹੈ, ਇੱਕ ਔਰਗਨਾਈਜੇਸ਼ਨ ਹੈ ਨਾ। ਹੁਣ ਆਰਬੀਆਈ ਦੇ ਅੰਡਰ ਇੱਕ ਕਮੇਟੀ ਬੈਠਦੀ ਆ, ਠੀਕ ਹੈ। ਆਰਬੀਆਈ ਦੇ ਅੰਡਰ ਇੱਕ ਕਮੇਟੀ ਬੈਠਦੀ ਹੈ ਜਿਹਨੂੰ ਕਹਿੰਦੇ ਆ ਮੋਨੀਟਰੀ ਪਾਲਿਸੀ ਕਮੇਟੀ, ਮੋਨੀਟਰੀ ਪਾਲਿਸੀ ਕਮੇਟੀ, ਠੀਕ ਹੈ। ਮੋਨੀਟਰੀ ਪਾਲਿਸੀ ਕਮੇਟੀ ਬੈਠਦੀ ਆ। ਹੁਣ ਇਹ ਮੋਨੀਟਰੀ, ਕਈ ਵਾਰ ਪੇਪਰ ਦੇ ਵਿੱਚ ਜੇ ਕੁਐਸਚਨ ਆ ਜੇ ਵੀ ਮੋਨੀਟਰੀ ਪਾਲਿਸੀ ਕਮੇਟੀ ਕਿਹੜੇ ਸੈਕਸ਼ਨ ਦੇ ਅੰਡਰ ਆਉਂਦੀ ਆ, ਕਿਹੜੇ ਸੈਕਸ਼ਨ ਦੇ ਅੰਡਰ ਆਉਂਦੀ ਆ, ਕਿਹੜੇ ਸੈਕਸ਼ਨ ਦੇ ਅੰਡਰ ਇਹ ਡਿਫਾਈਨ ਕੀਤੀ ਗਈ ਆ, ਸੈਕਸ਼ਨ ਲਿਖੋ। ਅਤੇ ਇੱਕ ਕਹਿੰਦਾ ਜ਼ਰੂਰੀ ਆਪਣੇ ਵਾਸਤੇ ਹੁੰਦਾ ਟੈਨਿਓਰ, ਵੀ ਇਹਦੀ ਟਰਮ ਕਿੰਨੀ ਆ, ਠੀਕ ਹੈ, ਕਿੰਨੇ ਸਾਲ ਕਿੰਨੇ ਟਾਈਮ ਬਾਅਦ ਇਹ ਦੁਬਾਰਾ ਫਿਰ ਬੈਠੂਗੀ ਇਹ ਵਾਲੀ ਕਮੇਟੀ। ਤਾਂ ਤੁਹਾਨੂੰ ਸਾਰਾ ਕੁਛ ਮੈਂ ਦੱਸਦਾ। ਇਹ ਸੈਕਸ਼ਨ ਕਿਹੜੇ ਦੇ ਅੰਡਰ ਬੈਠਦੀ ਹੈ, ਡਿਫਾਈਨਡ ਅੰਡਰ ਸੈਕਸ਼ਨ 2 ਅਤੇ ਨਾਲ ਬਰੈਕਟ 'ਚ ਪਾ ਲਓ 3, 2 ਦਾ ਹੀ ਸਬ ਸੈਕਸ਼ਨ ਹੈਗਾ 3। CCI ਆਫ RBI ਐਕਟ 1934, ਠੀਕ ਹੈ। ਅਗਰ ਉੱਥੇ ਸੈਕਸ਼ਨ ਪੁੱਛ ਲਿਆ ਕਿ ਮੋਨੀਟਰੀ ਪਾਲਿਸੀ ਕਮੇਟੀ ਕਿਹੜੇ ਸੈਕਸ਼ਨ ਦੇ ਅੰਡਰ ਆ, ਕਿਹੜੇ ਸੈਕਸ਼ਨ ਦੇ ਅੰਡਰ ਡਿਫਾਈਨ ਕੀਤੀ ਗਈ ਆ, ਤਾਂ ਆਪਾਂ ਉੱਥੇ ਟਿਕ ਕਰਾਂਗੇ ਸੈਕਸ਼ਨ ਨੰਬਰ 2, ਅਤੇ 2 ਦਾ ਸਬ ਸੈਕਸ਼ਨ ਹੈਗਾ 3, CCI ਆਫ RBI ਐਕਟ 1934। ਵੈਸੇ ਆਪਸ਼ਨ ਇੰਨੀ ਕੀ ਆਊਗੀ ਸੈਕਸ਼ਨ ਨੰਬਰ 2 3 ਵਾਲਾ, ਠੀਕ ਹੈ। ਬਾਕੀ ਆਪਾਂ ਪੂਰੀ ਯਾਦ ਕਰਨੀ ਹੈ, ਕਈ ਵਾਰ ਜਦੋਂ ਕਿਸਮਤ ਨਾ ਸਾਥ ਦੇਵੇ ਉਦੋਂ ਪੂਰਾ ਵੀ ਪਾ ਦਿੰਦੇ ਹੁੰਦੇ ਆ ਉੱਥੇ, ਠੀਕ ਹੈ। ਹੁਣ ਟੈਨਿਓਰ ਕਿੰਨਾ ਜੀ, ਟੈਨਿਓਰ ਇਹਦਾ ਹੈਗਾ 2 ਮੰਥ ਦਾ। ਹਰ 2 ਮਹੀਨੇ ਬਾਅਦ ਇਹ ਮੋਨੀਟਰੀ ਪਾਲਿਸੀ ਬੈਠੂਗੀ ਹੀ ਬੈਠੂਗੀ, ਕਮੇਟੀ ਇਹ ਬੈਠੂਗੀ ਹੀ ਬੈਠੂਗੀ, ਚੈੱਕ ਕਰੂਗੀ ਆਪਦੀਆਂ ਮੋਨੀਟਰੀ ਪਾਲਿਸੀ ਨੂੰ, ਠੀਕ ਹੈ। ਉਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਵਾਰ ਆਪਦੀਆਂ ਨੀਤੀਆਂ ਚੇਂਜ ਕਰੇ 2-2 ਮਹੀਨੇ ਬਾਅਦ, ਉਹ ਬਸ ਰੈਗੂਲੇਟ ਕਰਦੀ ਰਹਿੰਦੀ ਹੈ ਕਿ ਹਾਂ, ਦੇਖਦੀ ਰਹਿੰਦੀ ਹੈ ਕਿ ਹਾਂ ਅਸੀਂ ਆਹ ਜਿਹੜੀ ਨੀਤੀ ਬਣਾਈ ਸੀ ਕਿ ਇਹ ਠੀਕ ਚੱਲਦੀ ਪਈ ਆ ਜਾਂ ਇਹਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ। ਹੁਣ ਜੇ ਪੇਪਰ 'ਚ ਪੁੱਛ ਲਿਆ ਜਾਵੇ 12 ਮਹੀਨਿਆਂ ਦੇ ਵਿੱਚ, 12 ਮੰਥ ਵਿੱਚ ਮੋਨੀਟਰੀ ਪਾਲਿਸੀ ਕਮੇਟੀ ਕਿੰਨੇ ਵਾਰ ਬੈਠਦੀ ਆ, ਤਾਂ 6 ਵਾਰੀ ਬੈਠਦੀ ਆ। 6 ਟਾਈਮਸ ਮੋਨੀਟਰੀ ਪਾਲਿਸੀ ਬੈਠਦੀ ਆ, ਮੋਨੀਟਰੀ ਪਾਲਿਸੀ ਕਮੇਟੀ, ਠੀਕ ਹੈ। ਹੁਣ ਪਹਿਲਾਂ ਜੇ ਆਪਾਂ ਥੋੜ੍ਹੀ ਜਿਹੀ ਹਿਸਟਰੀ ਦੀ ਗੱਲ ਕਰ ਲਈਏ, ਪਹਿਲਾਂ ਕੀ ਹੁੰਦਾ ਸੀ, ਪਹਿਲਾਂ 6 ਮਹੀਨਿਆਂ ਵਿੱਚ ਬੈਠਦੀ ਹੁੰਦੀ ਸੀ, 6 ਮੰਥ ਵਿੱਚ ਬੈਠਦੀ ਸੀ, ਸਾਲ 'ਚ 2-2 ਵਾਰ ਬੈਠਦੀ ਸੀ, ਠੀਕ ਹੈ। ਫਿਰ ਕੀ ਕਰਤਾ ਇਹਨਾਂ ਨੇ, ਹੌਲੀ ਹੌਲੀ ਕਰਤਾ ਕਿ ਹੁਣ 45 ਦਿਨਾਂ ਬਾਅਦ ਬਿਠਾਇਆ ਕਰਾਂਗੇ, ਠੀਕ ਹੈ, 45 ਦਿਨਾਂ ਬਾਅਦ ਬਿਠਾਇਆ ਕਰਾਂਗੇ। ਫਿਰ ਕੀ ਹੋਇਆ, ਜਿਹੜੇ ਆਪਣੇ 24th ਮੈਂ ਤੁਹਾਨੂੰ ਲਿਖਾਇਆ ਸੀ, 24th ਜਿਹੜੇ ਗਵਰਨਰ ਸੀ, ਕੌਣ ਸੀ, ਉਰਜਿਤ ਪਟੇਲ। ਉਹਨਾਂ ਨੇ ਕੀ ਕੀਤਾ, ਉਹ ਜਦੋਂ ਇਸ ਕਮੇਟੀ ਦੇ ਚੇਅਰਮੈਨ ਬਣੇ, ਆਪਣੀ ਮੋਨੀਟਰੀ ਪਾਲਿਸੀ ਕਮੇਟੀ ਦੇ ਜਿਹੜੇ ਚੇਅਰਮੈਨ ਬਣੇ, ਉਦੋਂ ਫਿਰ ਇਸ ਕਮੇਟੀ ਨੂੰ ਕਿਹਾ ਗਿਆ ਉਰਜਿਤ ਪਟੇਲ ਕਮੇਟੀ, ਠੀਕ ਹੈ। ਇਹਨਾਂ ਨੇ ਰਿਕਮੈਂਡੇਸ਼ਨ ਦਿੱਤੀ ਕਿ ਨਹੀਂ, ਆਪਾਂ 2-2 ਮਹੀਨੇ ਬਾਅਦ, 2 ਮੰਥ ਬਾਅਦ ਹੀ ਮੋਨੀਟਰੀ ਪਾਲਿਸੀ ਕਮੇਟੀ ਬਿਠਾਇਆ ਕਰਾਂਗੇ, ਠੀਕ ਹੈ। ਪਤਾ ਲੱਗ ਗਿਆ, ਪਹਿਲਾਂ 6 ਮਹੀਨੇ ਸੀ, ਫਿਰ 45 ਦਿਨ ਕਰਤਾ। ਫਿਰ ਉਰਜਿਤ ਪਟੇਲ ਨੇ ਆ ਕੇ ਉਰਜਿਤ ਪਟੇਲ ਕਮੇਟੀ ਦੇ ਅੰਡਰ ਕੀ ਕਰਤਾ, ਰਿਕਮੈਂਡ ਕੀਤਾ ਕਿ ਹਾਂ ਜੀ ਹੁਣ 2 ਮਹੀਨੇ ਬਾਅਦ ਮੋਨੀਟਰੀ ਪਾਲਿਸੀ ਬੈਠੂਗੀ, ਅਤੇ ਫਿਰ ਉਦੋਂ ਤੋਂ ਹੀ ਆਪਣੀ 2 ਮਹੀਨੇ ਤੋਂ ਬੈਠ ਰਹੀ ਆ, ਠੀਕ ਹੈ। ਹੁਣ ਮੈਂ ਤੁਹਾਨੂੰ ਦੱਸ ਦਿਆਂ ਥੋੜ੍ਹਾ ਜਿਹਾ ਮੋਨੀਟਰੀ ਪਾਲਿਸੀ ਕਮੇਟੀ ਦੇ ਕਿੰਨੇ ਮੈਂਬਰ ਹੁੰਦੇ ਆ। ਹਜੇ ਆਪਾਂ ਮੋਨੀਟਰੀ ਪਾਲਿਸੀ ਨਹੀਂ ਕਰਨ ਲੱਗੇ, ਆਪਾਂ ਇਹਦਾ ਇੱਕ ਵਾਰੀ ਓਵਰਵਿਊ ਲੈ ਰਹੇ ਹਾਂ ਕਿ ਮੋਨੀਟਰੀ ਪਾਲਿਸੀ ਦੇ ਵਿੱਚ ਕਿਹੜੇ ਟੂਲ ਕੰਮ ਆਉਂਦੇ ਆ, ਕਿਹੜੀਆਂ ਟਰਮਸ ਆਪਾਂ ਅੱਗੇ ਆ ਕੇ ਯੂਜ਼ ਕਰਾਂਗੇ। ਹੁਣ ਜਿਹੜੀ ਮੋਨੀਟਰੀ ਪਾਲਿਸੀ ਕਮੇਟੀ ਆ, ਇਹਦੇ ਅੱਗੇ 6 ਮੈਂਬਰ ਆ, 6 ਮੈਂਬਰਸ, 3 ਹੋਣਗੇ RBI ਦੇ, 3 RBI ਦੇ, ਅਤੇ 3 ਹੋਣਗੇ ਗੌਰਮੈਂਟ ਆਫ ਇੰਡੀਆ ਦੇ, ਠੀਕ ਹੈ। ਹੁਣ ਰੀਸੈਂਟਲੀ ਆਪਾਂ ਜਿਹਨੇ ਕਰੰਟ ਅਫੇਅਰ ਅੱਛੀ ਤਰੀਕੇ ਨਾਲ ਕੀਤੇ ਆ ਉਹਨਾਂ ਨੂੰ ਪਤਾ ਹੋਊਗਾ, ਆਪਣਾ ਅਕਤੂਬਰ ਦੇ ਵਿੱਚ 2020 ਦੇ ਵਿੱਚ, ਠੀਕ ਹੈ, ਇਹ ਨਵੇਂ ਅਪੋਇੰਟ ਕੀਤੇ ਆ 3 ਗਵਰਨਰ, 3 ਗੌਰਮੈਂਟ ਆਫ ਇੰਡੀਆ ਦੇ, ਜਿਹੜੇ ਮੋਨੀਟਰੀ ਪਾਲਿਸੀ ਕਮੇਟੀ ਦੇ 6 ਮੈਂਬਰਾਂ ਵਿੱਚੋਂ 3 ਜਿਹੜੇ ਗੌਰਮੈਂਟ ਆਫ ਇੰਡੀਆ ਦੇ ਅਕਤੂਬਰ 2020 ਦੇ ਵਿੱਚ ਹੀ ਨਵੇਂ ਅਪੋਇੰਟ ਕੀਤੇ ਆ। ਕਿਹੜੇ ਕੀਤੇ ਲਿਖਾਊਂਗਾ, ਪਹਿਲਾਂ RBI ਦੇ ਲਿਖ ਲਈਏ। RBI ਦੇ ਪਹਿਲੇ ਜਿਹੜੇ ਮੈਂਬਰ ਹੈਗੇ ਉਹ ਤਾਂ ਹੈਗੇ ਆ ਸ਼ਕਤੀਕਾਂਤ ਦਾਸ। ਸੈਕਿੰਡ 'ਤੇ ਆਉਂਦੇ ਆ ਜੀ ਆਪਣੇ
ਮਾਈਕਲ ਮਿਆਕਲ ਜਾਂ ਮਾਈਕਲ ਪਾਤਰਾ। ਤੇ ਥਰਡ ਤੇ ਆਉਂਦੇ ਆਪਣੇ ਮਿਰਦੂਲ ਸਾਗਰ, ਮਿਰਦੂਲ ਸਾਗਰ। ठीक है, गौरमेंट ऑफ इंडिया के किहड़े-किहड़े आ? पहले आउंदे आ आशीमा गोयल, आशीमा गोयल। सैकेंड ते आउंदे आ जी अपने शशांक बीड़े, शशांक बीड़े। ठीक है, और तीजे ते आउंदे आ जयंत वर्मा, जयंत वर्मा। ठीक है, ਹੁਣ मैं ਤੁਹਾਨੂੰ ਇੱਥੇ ਆਪਣੇ ਜਿਹੜਾ ਅਗਲਾ ਹੈਗਾ ਹੁਣ ਟੌਪਿਕ ਮੇਨ ਇੱਥੇ ਧਮਾਕੇਦਾਰ ਟੌਪਿਕ ਸ਼ੁਰੂ ਹੋਣ ਵਾਲਾ, ਇਹ ਹੈਗਾ ਮੋਨੇਟਰੀ ਪੋਲਿਸੀ, ਜਿਹੜਾ ਆਪਾਂ ਅੰਡਰ ਹੈਡਿੰਗ ਕਰ ਰਹੇ ਹਾਂ ਹੁਣ ਤੱਕ, ਮੋਨੇਟਰੀ ਪੋਲਿਸੀ, ਪੋਲਿਸੀ ਟੂਲਸ। ਠੀਕ ਹੈ, ਇੱਥੋਂ ਆਪਣਾ ਟੌਪਿਕ ਜਿਹੜਾ ਅੱਜ ਦੀ ਕਲਾਸ ਦਾ ਸ਼ੁਰੂ ਹੋਣ ਵਾਲਾ। ਹੁਣ ਤੱਕ ਆਪਾਂ ਕੀ ਕੀਤਾ, ਓਵਰਵਿਊ ਦੇਖਿਆ ਇਹਦਾ, ਮੋਨੇਟਰੀ ਪੋਲਿਸੀ ਦੀ ਕਮੇਟੀਆਂ ਦੇਖੀਆਂ ਤੇ ਬੈਂਕ ਦਾ ਐਂ ਦੇਖਿਆ ਕਿ ਓਵਰਫਲੋ ਵਗੈਰਾ ਜੇ ਹੋ ਜੇ ਤਾਂ ਕੀ ਹੋ ਜਾਊਗਾ, ਕੀ ਇਹਦੇ ਨੁਕਸਾਨ ਹੈ ਨਾ, ਇਨਫਲੇਸ਼ਨ ਵੱਧ ਜੂਗੀ, ਉਹ ਆਪਾਂ ਦੇਖ ਚੁੱਕੇ ਹਾਂ। ਹੁਣ ਕੀ ਹੈ ਜੀ, ਮੋਨੇਟਰੀ ਪੋਲਿਸੀ ਟੂਲ ਕੀ ਹੈ? ਇੱਕ RBI ਦੇ ਹਥਿਆਰ ਆ, RBI ਦੇ ਕੀ ਆ? ਹਥਿਆਰ ਆ, RBI ਦੇ ਵੈਪਨਸ ਆ, ਹਥਿਆਰ ਕਹਿ ਲਓ। ਠੀਕ ਹੈ, ਹੁਣ ਮੰਨ ਲਓ ਅਗਰ RBI ਦੇ ਕੋਲੇ ਮੋਨੇਟਰੀ ਪੋਲਿਸੀ ਨਾ ਹੁੰਦੀ ਤਾਂ RBI ਇੱਕ ਅਪਾਹਿਜ ਹੁੰਦੀ। ਠੀਕ ਹੈ, RBI ਦੇ ਕੋਲੇ ਫਿਰ ਸਮਝੋ ਕੋਈ ਪਾਵਰ ਨਹੀਂ ਹੁੰਦੀ। ਜਿਵੇਂ ਦੇਖੋ RBI ਕਹਿੰਦੀ ਹੈ ਕਿ ਹੁਣ ਯਾਰ ਮੈਂ ਬੈਂਕਾਂ 'ਤੇ ਆਪਦੇ ਰੂਲਸ ਐਂਡ ਰੈਗੂਲੇਸ਼ਨ ਨੂੰ ਉਹ ਕਰਾਂ, ਠੀਕ ਹੈ, ਜਾਣੀ ਥੋਪਾਂ, ਪਰ ਕਈ ਬੈਂਕ ਵਾਲੇ ਨਹੀਂ ਮੰਨਦੇ। ਫਿਰ RBI ਦੇ ਕੋਲੇ ਵੀ ਆਪਦੇ ਹਥਿਆਰ ਆ ਉਹਨਾਂ ਨੂੰ ਮਨਾਉਣ ਦੇ ਕਿ ਹਾਂ ਤੁਸੀਂ ਸਾਡੇ ਰੂਲ ਐਂਡ ਰੈਗੂਲੇਸ਼ਨ ਕਿਉਂ ਨਹੀਂ ਮੰਨਦੇ। ਠੀਕ ਹੈ, ਦੋ ਤਰ੍ਹਾਂ ਦੇ ਇਹਦੀ ਵੀ ਡਿਵਾਈਡੇਸ਼ਨ ਕਰਾਂਗੇ। ਇੱਕ ਤਾਂ ਹੁੰਦੇ ਕੁਆਂਟੀਟੇਟਿਵ ਟੂਲਸ, ਠੀਕ ਹੈ, ਦੂਜੇ ਹੁੰਦੇ ਆ ਕੁਆਲੀਟੇਟਿਵ ਟੂਲਸ, ਕੁਆਲੀਟੇਟਿਵ ਟੂਲਸ। ਠੀਕ ਹੈ, ਜਿਹੜੇ ਆਹ ਵਾਲੇ ਕੁਆਲੀਟੇਟਿਵ ਟੂਲਸ ਆ ਇਹਦੇ ਵਿੱਚ ਜ਼ਿਆਦਾ ਇੰਪੋਰਟੈਂਟ ਨਹੀਂ ਹੁੰਦੇ ਵੈਸੇ, ਤੁਹਾਨੂੰ ਫਿਰ ਵੀ ਦੱਸ ਦੇਵਾਂ, ਇਹ ਤਾਂ 15-20 ਮਿੰਟਾਂ ਦੀ ਕਲਾਸ ਦੇ ਵਿੱਚ ਹੀ ਖਤਮ ਹੋ ਜਾਣਗੇ ਕੁਆਲੀਟੇਟਿਵ ਟੂਲ। ਇਹਦੇ ਵਿੱਚ ਦੱਸ ਦੇਵਾਂ ਕੀ ਹੁੰਦਾ। ਜਿਵੇਂ ਹੁਣ ਤੁਸੀਂ ਹੋ, ਠੀਕ ਹੈ, ਇੱਧਰ ਤੁਹਾਡਾ ਪਾਪਾ ਜੀ, ਤੁਸੀਂ ਕੋਈ ਗਲਤੀ ਕੀਤੀ, ਠੀਕ ਹੈ, ਇਹ ਤੁਹਾਡੀ ਗਲਤੀ ਦਾ ਇਹ ਤੁਹਾਨੂੰ ਕਹਿਣਗੇ ਯਾਰ ਤੂੰ ਐਂ ਨਾ ਕਰ, ਇਹ ਕੰਮ ਕਾਕਾ ਤੇਰੇ ਵਾਸਤੇ ਗਲਤ ਆ, ਤੂੰ ਐਂ ਨਾ ਕਰ, ਇਹ ਸਮਝਾਉਣਗੇ ਹੈ ਨਾ। ਫਿਰ ਦੂਜੀ ਵਾਰ ਤੁਸੀਂ ਫਿਰ ਉਹੀ ਗਲਤੀ ਕੀਤੀ, ਇਹ ਕਹਿਣਗੇ ਨਹੀਂ ਨਹੀਂ ਯਾਰ ਤੂੰ ਟਲਦਾ ਨਹੀਂ ਗਾ ਹੈ ਨਾ, ਬਈ ਤੂੰ ਜੇ ਨਾ ਇਹ ਵਾਲਾ ਕੰਮ ਹੁਣ ਅੱਗੇ ਤੋਂ ਕੀਤਾ ਤੇਰੇ ਛਿੱਤਰ ਪੈਣਗੇ ਹੈ ਨਾ। ਇੱਦਾਂ ਕਰਕੇ ਤਾਨੇ ਮਾਰਦੇ ਆ। ਇਹਦੇ ਵਿੱਚ ਮੇਨਲੀ ਕੁਆਲੀਟੇਟਿਵ ਟੂਲ ਦੇ ਵਿੱਚ ਕੀ ਹੁੰਦਾ, ਗੱਲਾਂ ਹੀ ਹੁੰਦੀਆਂ, ਮੇਨ ਗੱਲਾਂ, ਗਾਲਾਂ ਹੈ ਨਾ, ਤਾਨੇ ਵਗੈਰਾ, ਇਹ ਚੀਜ਼ਾਂ ਹੁੰਦੀਆਂ ਕੁਆਲੀਟੇਟਿਵ ਟੂਲ ਦੇ ਵਿੱਚ। ਅਤੇ ਕੁਆਂਟੀਟੇਟਿਵ ਟੂਲ ਦੇ ਵਿੱਚ ਕੀ ਹੁੰਦੀ ਹੈ, ਵੈਲਿਊ ਹੁੰਦੀ ਹੈ, ਵੈਲਿਊ, ਨੰਬਰਸ, ਜਿਹੜਾ ਕਿ ਸਭ ਤੋਂ ਜ਼ਿਆਦਾ ਇਫੈਕਟ ਪਾਉਂਦਾ ਬੈਂਕਸ ਨੂੰ। ਠੀਕ ਹੈ, ਇਹਦੇ ਨਾਲ ਇਹ ਟੂਲ ਵਰਤ ਕੇ ਬੈਂਕ RBI ਨਿਸ਼ਾਨਾ ਬਣਾਉਂਦਾ ਬੈਂਕਾਂ ਨੂੰ। ਠੀਕ ਹੈ, ਨਿਸ਼ਾਨਾ ਮਤਲਬ ਐਂ ਨਾ ਸੋਚੋ ਕਿ ਮਤਲਬ ਉਹਨਾਂ ਨੂੰ ਕੰਮ ਖਰਾਬ ਕਰਨ ਦੀ ਕੰਮ ਆਉਂਦਾ, ਪਰ ਇਹ ਹੋਣਾ ਜ਼ਰੂਰੀ ਵੀ ਆ। ਆਪਣੇ ਪੈਸਿਆਂ ਦੀ ਜਿਹੜੀ ਸਿਕਿਉਰਿਟੀ ਹੈ, ਸਪੋਜ਼ ਹੁਣ ਦੇਖੋ ਆਹ ਕੋਈ ਬੈਂਕ ਆ ਜਿਹਦੇ ਵਿੱਚ ਆਪਾਂ ਖਾਤਾ ਖੁਲਾਇਆ, ਚੱਲ ਬੈਂਕ ਨੂੰ ਵੀ ਛੱਡੋ, ਮੰਨ ਲਓ ਹੁਣ ਤੁਸੀਂ ਕੋਈ ਨੁਕਸਾਨ ਕਰਿਆ ਏ, ਤੁਸੀਂ ਕੋਈ ਕਿਸੇ ਦਾ ਨੁਕਸਾਨ ਕਰਿਆ ਏ, ਠੀਕ ਹੈ, ਇਨ ਟਰਮਸ ਆਫ ਪ੍ਰਾਈਜ਼ ਜਾਂ ਇਨ ਟਰਮਸ ਆਫ ਉਹਦੇ ਕਿਸੇ ਕੋਈ ਵੀ ਨੁਕਸਾਨ ਕਰਤਾ ਜਿਹਦੇ ਵਿੱਚ ਉਹਨੂੰ ਆਪਦਾ ਪੈਸੇ ਦਾ ਨੁਕਸਾਨ ਹੋ ਗਿਆ ਉਹਦਾ। ਹੁਣ ਉਹ ਵਾਲਾ ਬੰਦਾ ਆ ਕੇ ਤੁਹਾਡੇ ਭਾਪੇ ਨੂੰ ਹੀ ਕਹੂਗਾ ਕਿ ਯਾਰ ਤੇਰੇ ਮੁੰਡੇ ਨੇ ਆਹ ਕਰਤਾ ਹੈ ਨਾ, ਅਤੇ ਉਹਦੀ ਭਰਪਾਈ ਕੌਣ ਕਰੂਗਾ, ਤੁਹਾਡਾ ਡੈਡੀ ਕਰਨਗੇ, ਜਿੰਨਾ ਚਿਰ ਤੁਸੀਂ ਕਮਾਉਣ ਨਹੀਂ ਲੱਗਦੇ। ਆਈ ਹੋਊਗਾ ਕੁਆਂਟੀਟੇਟਿਵ ਟੂਲ ਦੇ ਵਿੱਚ। ਮੰਨ ਲਓ ਇਹ ਕੋਈ ਬੈਂਕ ਆ, ਜੇ ਮੰਨ ਲਓ ਇਹ ਬੈਂਕ ਡੁੱਬਦੀ ਆ, ਠੀਕ ਹੈ, ਆਪਾਂ ਕਿਹਦੇ ਕੋਲੇ ਜਾਵਾਂਗੇ, ਆਪਾਂ ਜਾਵਾਂਗੇ RBI ਦੇ ਕੋਲੇ। ਠੀਕ ਹੈ, ਬਈ ਆਹ ਵਾਲੀ ਬੈਂਕ ਡੁੱਬ ਗਈ, ਹੁਣ ਸਾਨੂੰ ਇਹਦਾ ਭਰਪਾਈ ਕਰੋ ਜਾਂ ਜਿਵੇਂ ਵੀ ਆ, ਹੁਣ ਉਹਦੀ ਭਰਪਾਈ ਕਰੂਗੀ RBI। ਠੀਕ ਹੈ, ਜਿਹੜੀਆਂ ਬੈਂਕਾਂ RBI ਦੇ ਅੰਡਰ ਆਉਂਦੀਆਂ ਉਹਦੀ ਭਰਪਾਈ ਕਰੂਗੀ RBI। ਠੀਕ ਹੈ, ਹੁਣ RBI ਕੀ ਹੈ, ਇੱਕ ਤਰ੍ਹਾਂ ਦਾ ਭਾਪਾ, ਅਤੇ ਬਾਕੀ ਕਮਰਸ਼ੀਅਲ ਬੈਂਕ ਕੀ ਆ, ਉਹਨਾਂ ਦੇ ਜਵਾਕ ਆ। ਠੀਕ ਹੈ, ਐਂ ਸਮਝ ਲਓ ਤੁਸੀਂ। ਹੁਣ ਕੁਆਲੀਟੇਟਿਵ ਟੂਲ ਵੀ ਅੱਗੋਂ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਹੁੰਦੇ ਆ ਡਾਇਰੈਕਟ ਟੂਲਸ, ਡਾਇਰੈਕਟ ਟੂਲਸ, ਠੀਕ ਹੈ, ਔਰ ਇੱਕ ਹੁੰਦੇ ਆ ਇਨਡਾਇਰੈਕਟ ਟੂਲਸ, ਇਨਡਾਇਰੈਕਟ ਟੂਲਸ। ਅੱਜ ਆਪਾਂ ਪੜ੍ਹਾਂਗੇ ਡਾਇਰੈਕਟ ਟੂਲਸ ਬਾਰੇ। ਠੀਕ ਹੈ, ਆਪਣੇ ਪੇਪਰ ਦੇ ਪੁਆਇੰਟ ਆਫ ਵਿਊ ਜਿਹੜਾ ਟੇਬਲ ਮੈਂ ਤੁਹਾਡੇ ਸਾਹਮਣੇ ਸਕਰੀਨ 'ਤੇ ਦਿਖ ਰਿਹਾ ਨਾ, ਇਹ ਬਹੁਤ ਇੰਪੋਰਟੈਂਟ ਆ, ਯਾਦ ਰੱਖੋ ਜੀ। ਮੋਨੇਟਰੀ ਪੋਲਿਸੀ ਦੇ ਦੋ ਟੂਲਸ ਹੁੰਦੇ ਆ, ਕੁਆਂਟੀਟੇਟਿਵ ਅਤੇ ਕੁਆਲੀਟੇਟਿਵ। ਕੁਆਲੀਟੇਟਿਵ 'ਚ ਗੱਲਾਂ, ਤਾਨੇ, ਗਾਲਾਂ ਵਗੈਰਾ ਹੁੰਦੀਆਂ, ਠੀਕ ਹੈ, ਜਿਹੜੀਆਂ ਬੈਂਕਾਂ ਨੂੰ ਪੈਂਦੀਆਂ। ਅਤੇ ਕੁਆਂਟੀਟੇਟਿਵ ਟੂਲਸ ਦੇ ਵਿੱਚ ਇਨ ਟਰਮਸ ਆਫ ਵੈਲਿਊ ਦਾ ਫਰਕ ਪੈਂਦਾ। ਇਹਦੇ ਵਿੱਚ ਦੋ ਤਰ੍ਹਾਂ ਦੇ ਟੂਲ ਹੁੰਦੇ ਆ, ਡਾਇਰੈਕਟ ਟੂਲਸ ਅਤੇ ਇਨਡਾਇਰੈਕਟ ਟੂਲ। ਆਪਾਂ ਡਾਇਰੈਕਟ ਟੂਲ ਦੇ ਵਿੱਚ ਵੀ ਇੱਕ ਹੀ ਕਰਾਂਗੇ ਅੱਜ, ਬਾਹਲੀ ਲੰਮੀ ਹੋ ਜੂਗੀ ਫਿਰ ਵੀਡੀਓ।
ਹੁਣ ਡਾਇਰੈਕਟ ਟੂਲ ਦੇ ਵਿੱਚ ਦੇਖੋ ਕੀ ਹੁੰਦਾ, ਡਾਇਰੈਕਟ ਟੂਲਸ ਦੇ ਵਿੱਚ ਦੇਖੋ ਆਪਣਾ ਸਭ ਤੋਂ ਪਹਿਲਾ ਟੂਲ ਹੈਗਾ ਇਹਦੇ 'ਚ CRR, ਜਿਹਨੂੰ ਆਪਾਂ ਕੈਸ਼ ਰਿਜ਼ਰਵ ਰੇਸ਼ੋ ਕਹਿ ਦਿੰਦੇ ਹਾਂ, ਰਿਜ਼ਰਵ ਰੇਸ਼ੋ ਕਹਿ ਦਿੰਦੇ ਹਾਂ। ਠੀਕ ਹੈ, ਹੁਣ ਦੇਖੋ ਕੈਸ਼ ਰਿਜ਼ਰਵ ਰੇਸ਼ੋ ਕੀ ਹੁੰਦੀ ਆ। ਇਹ ਬਹੁਤ ਈਜ਼ੀ ਚੀਜ਼ ਆ, ਇੱਕ ਵਾਰੀ ਸਮਝ ਕੇ ਪੂਰੀ ਲਾਈਫ ਕੰਮ ਆਉਣ ਵਾਲੀ ਚੀਜ਼ ਆ ਔਰ ਕਦੇ ਨਹੀਂ ਭੁੱਲੋਗੇ। ਹੁਣ ਤੁਸੀਂ ਦੇਖੋ ਆਹ ਬੈਂਕ ਆ, ਠੀਕ ਹੈ, ਕੋਈ ਕਮਰਸ਼ੀਅਲ ਬੈਂਕ ਆ, ਠੀਕ ਹੈ, ਔਰ ਆਹ ਹੈਗੀ ਆਪਣੀ RBI। ਤੁਸੀਂ ਇਹਦੇ 'ਚ ਖਾਤਾ ਖੁਲਾਇਆ ਆਪਦਾ, ਠੀਕ ਹੈ, ਵਾਧੂ ਲੋਕਾਂ ਨੇ ਖਾਤਾ ਖੁਲਾਇਆ। ਇਹਨਾਂ ਨੂੰ ਸਪੋਜ਼ ਯਾਰ HDFC ਲੈ ਲਓ, HDFC ਲੈ ਲਓ। ਹੁਣ RBI ਕਹੂਗੀ ਕਿ ਤੂੰ ਮੈਨੂੰ ਪੈਸੇ ਦੇ ਦੇ, ਠੀਕ ਹੈ। ਹੁਣ ਪਹਿਲਾਂ ਤਾਂ RBI ਸਮਝਾਊਗੀ ਕਿ ਲੋਨ ਵਗੈਰਾ ਨਾ ਦੇ, ਮਨੀ ਦਾ ਫਲੋ ਵੱਧ ਜਾਣਾ ਅਤੇ ਇਨਫਲੇਸ਼ਨ ਵੱਧ ਜਾਣੀ ਆ, ਹੈ ਨਾ, ਵੀ ਲੋਨ ਜ਼ਿਆਦਾ ਨਾ ਵੰਡੀ ਚੱਲ। ਅਤੇ ਆਪਣੇ ਵਾਲੇ ਜਿਹੜੇ ਕਮਰਸ਼ੀਅਲ ਬੈਂਕ ਆ ਇਹ ਕਹਿਣਗੇ ਅਸੀਂ ਕਿਉਂ ਨਾ ਦਈਏ, ਸਾਨੂੰ ਜਦੋਂ ਪ੍ਰੋਫਿਟ ਹੋ ਰਿਹਾ, ਮੰਨ ਲਓ ਹੁਣ 1 ਲੱਖ ਦਾ ਲੋਨ ਦਿੱਤਾ ਇਹਨੇ, ਠੀਕ ਹੈ, ਔਰ 10% ਇਹਨੇ ਇੰਟਰਸਟ ਲਾਤਾ, ਸਾਲ ਬਾਅਦ ਇਹਨੂੰ ਕਿੰਨਾ ਮੁੜੂ, 1,10,000 ਰੁਪਇਆ ਮੁੜੂਗਾ ਨਾ। ਤਾਂ ਇਹ ਬੈਂਕ ਕਹੂਗਾ ਕਿ ਯਾਰ ਮੈਨੂੰ 10,000 ਰੁਪਇਆ ਮੁੜਦਾ, ਮੈਂ ਕਿਉਂ ਨਾ ਦੇਵਾਂ ਲੋਨ, ਮੈਂ ਤਾਂ ਦਊਂਗਾ। RBI ਕਹਿੰਦੀ ਨਹੀਂ ਐਂ ਨਹੀਂ ਦੇ ਸਕਦਾ, ਤੂੰ ਐਵੇਂ ਮਹਿੰਗਾਈ ਵਧਾ ਦੇਂਗਾ, ਇਹ ਨਹੀਂ ਮੰਨਦਾ। ਫਿਰ RBI ਵਰਤੂਗਾ ਆਪਦਾ ਡਾਇਰੈਕਟ ਟੂਲ, ਜਿਹੜਾ ਆਪਾਂ ਕੈਸ਼ ਰਿਜ਼ਰਵ ਰੇਸ਼ੋ ਪੜ੍ਹਦੇ ਪਏ ਹਾਂ। ਇਹਦੇ 'ਚ ਕੀ ਕਹੂਗਾ, HDFC ਨੂੰ RBI ਕਹੂਗਾ ਕਿ ਹੁਣ ਤੂੰ ਮੈਨੂੰ ਪੈਸੇ ਦੇ ਦੇ, ਤੇਰੇ ਕੋਲ ਇੰਨਾ ਪੈਸਾ ਹੁਣ ਜਿੰਨਾ ਵੀ ਇਕੱਠਾ ਹੈ ਬੈਂਕਾਂ ਦਾ, ਜਿਹੜਾ ਤੇਰਾ ਐਕਸਟਰਾ ਬੈਂਕਾਂ ਦਾ ਪੈਸਾ ਉਹ ਤੂੰ ਮੈਨੂੰ ਦੇ ਦੇ, ਠੀਕ ਹੈ। ਜਿਹੜੇ ਉਹ ਇਨ ਟਰਮਸ ਆਫ ਮੰਗ ਕਰੂਗਾ, ਹੈ ਨਾ, ਜਿਹੜਾ ਉਹ ਪੈਸੇ ਦੀ ਮੰਗ ਕਰੂਗਾ RBI, ਉਹਨੂੰ ਕਹਿੰਦੇ ਕੈਸ਼ ਰਿਜ਼ਰਵ ਰੇਸ਼ੋ, ਠੀਕ ਹੈ। ਤੁਹਾਨੂੰ ਸਾਰਾ ਸਮਝਾਉਣਾ, ਆਹ ਲਿਖ ਲਓ ਇੱਕ NDTL ਬਾਰੇ ਪਹਿਲਾਂ ਮੈਂ ਦੱਸਦਾ। ਜਿਹੜੀ ਉਹ ਕੈਸ਼ ਲੈਂਦਾ ਉਹ ਕਿਹਦੀ ਫੋਰਮ 'ਚ ਹੋ ਸਕਦੀ ਹੈ, NDTL ਦੇ ਫੋਰਮ 'ਚ ਹੁੰਦੀ ਹੈ। NDTL ਕੀ ਹੁੰਦੀ ਆ, NDTL ਦੀ ਫੁੱਲ ਫੋਰਮ ਲਿਖੋ ਪਹਿਲਾਂ ਤਾਂ, NDTL ਇਹ ਹੁੰਦੀ ਆ ਨੈਟ ਡਿਮਾਂਡ ਟਾਈਮ ਲਾਇਬਿਲਿਟੀ। ਬਸ ਜਿਹਨੂੰ ਇਹ ਵਾਲੀ ਉਹ ਯਾਦ ਹੋ ਗਈ ਨਾ ਫੁੱਲ ਫੋਰਮ, ਉਹਦੇ ਵਿੱਚ ਹੀ ਸਾਰਾ ਕੰਸੈਪਟ ਤੁਹਾਡਾ ਕਲੀਅਰ ਹੋ ਜਾਣਾ। ਹੁਣ ਮੈਂ ਤੁਹਾਨੂੰ ਇਹਦੇ ਬਾਰੇ ਦੱਸਦਾ NDTL ਹੈ ਕੀ ਚੀਜ਼। NDTL ਹੈ ਕੀ ਚੀਜ਼, ਇਨ ਟਰਮਸ ਆਫ ਇੱਕ ਤਰ੍ਹਾਂ ਦੀ ਮਨੀ ਆ ਜਿਹੜੀ ਉਹ ਲੈਂਦੀ ਆ RBI ਕਿੱਥੋਂ, ਕਮਰਸ਼ੀਅਲ ਬੈਂਕ ਤੋਂ। ਇਹਦੇ ਵਿੱਚ ਆਪਾਂ ਤੁਹਾਨੂੰ ਪਹਿਲਾਂ ਮੈਂ ਫੁੱਲ ਫੋਰਮ ਫਿਰ ਲਿਖਦਾ, ਨੈਟ ਡਿਮਾਂਡ ਟਾਈਮ ਲਾਇਬਿਲਿਟੀ, ਠੀਕ ਹੈ। ਹੁਣ ਡਿਮਾਂਡ ਕੀ ਆ, ਆਪਾਂ ਜਿਹੜੇ ਜਮ੍ਹਾਂ ਕਰਾਉਣੇ ਆ ਉੱਥੇ, ਠੀਕ ਹੈ, ਆਪਾਂ ਸੇਵਿੰਗ ਅਕਾਊਂਟ ਖੁਲਵਾ ਲਏ, ਸੇਵਿੰਗ 'ਚ ਪੈਸੇ ਜਮ੍ਹਾਂ ਕਰਾ ਲਏ, ਜਾਂ ਕਰੰਟ ਅਕਾਊਂਟ ਖੁਲਾ ਲਿਆ, ਠੀਕ ਹੈ। ਇਹ ਹੁੰਦੇ ਡਿਮਾਂਡ ਅਕਾਊਂਟ, ਠੀਕ ਹੈ। ਵੀ ਔਨ ਦਾ ਡਿਮਾਂਡ ਆਪਾਂ ਨੂੰ ਜੇ ਮੰਨ ਲਓ ਅੱਜ ਪੈਸੇ ਚਾਹੀਦੇ ਤਾਂ ਆਪਾਂ ਨਾਲ ਦੀ ਨਾਲ ਡਿਮਾਂਡ ਕਰ ਸਕਦੇ ਬੈਂਕ ਤੋਂ ਕਿ ਹਾਂ ਸਾਨੂੰ ਇੰਨੇ ਪੈਸੇ ਚਾਹੀਦੇ ਆ, ਸਾਨੂੰ ਇੰਨੇ ਪੈਸੇ ਆਪਦੇ ਸਾਡੇ ਖਾਤੇ ਵਿੱਚੋਂ ਕੱਢ ਦੇ। ਉਹ ਹੁੰਦੇ ਡਿਮਾਂਡ, ਬਈ ਔਨ ਦਾ ਡਿਮਾਂਡ ਜਿਹੜੇ ਆਪਾਂ ਨੂੰ ਭੁਗਤਾਨ ਕਰਨ, ਠੀਕ ਹੈ। ਟਾਈਮ ਹੁੰਦੇ ਆ ਫਿਕਸ ਅਕਾਊਂਟ, ਜਿਹੜੇ ਹੁਣ FDI ਖਾਤੇ ਤੁਸੀਂ ਸੁਣੇ ਹੋਣਗੇ, FDI ਜਾਂ RD ਖਾਤੇ, ਹੈ ਨਾ, FD ਖਾਤੇ, ਫਿਕਸ ਡਿਪੋਜ਼ਿਟ ਅਮਾਊਂਟ, ਜਿਹੜੀ ਇੱਕ ਟਰਮਸ ਤੋਂ ਬਾਅਦ ਹੀ ਮਤਲਬ ਆਪਾਂ ਨੂੰ ਦਿੱਤੀ ਜਾਂਦੀ ਆ, ਆਪਾਂ ਜਿਹੜੇ ਜਮ੍ਹਾਂ ਕਰਾਉਣੇ ਆ ਜ਼ਿਆਦਾ ਵਿਆਜ ਲੈਣ ਵਾਸਤੇ ਬੈਂਕ ਤੋਂ। ਇੱਕ ਹੁੰਦੀ ਆ ਲਾਇਬਿਲਿਟੀ ਦਾ ਮਤਲਬ ਬੈਂਕ ਆਪਣੇ ਪੈਸੇ ਦੇਣ ਲਈ ਲਾਇਬਲ ਆ, ਜਾਣੀ ਬੈਂਕ ਨੂੰ ਆਪਣਾ ਪੈਸਾ ਕਦੇ ਨਾ ਕਦੇ ਦੇਣਾ ਹੀ ਪਊਗਾ, ਠੀਕ ਹੈ। ਉਹ ਆਪਾਂ ਉਹਨੂੰ ਫਿਕਸ ਨਹੀਂ ਦਿੱਤਾ, ਬੈਂਕ ਲਾਇਬਲ ਹੈ ਪੈਸੇ ਦੇਣ ਲਈ, ਠੀਕ ਹੈ। ਬੈਂਕ ਨੂੰ ਆਪਾਂ ਪੈਸੇ ਛੱਡਦੇ ਥੋੜ੍ਹੀ, ਹੁਣ ਆਪਣਾ ਖਾਤਾ ਖੁੱਲ੍ਹਿਆ ਬੈਂਕ ਦੇ ਵਿੱਚ, ਕਦੇ ਨਾ ਕਦੇ ਤਾਂ ਆਪਾਂ ਕਢਵਾਵਾਂਗੇ ਹੀ, ਅਤੇ ਬੈਂਕ ਉਹਨਾਂ ਪੈਸਿਆਂ ਲਈ ਲਾਇਬਲ ਆ ਕਿ ਹਾਂ ਇਹ ਤੁਹਾਨੂੰ ਮੈਂ ਦੇ ਦੂੰਗਾ। ਹੁਣ ਤੁਸੀਂ ਦੇਖੋ ਯਾਰ, ਇੱਕ ਬੰਦਾ ਸੇਵਿੰਗ ਅਕਾਊਂਟ, ਇੱਕ ਬੰਦਾ ਨਹੀਂ, ਤੁਸੀਂ ਐਂ ਕਰੋ, RBI ਕਹਿੰਦਾ HDFC ਨੂੰ ਕਹਿੰਦਾ ਕਿ ਹਾਂ ਯਾਰ ਹੁਣ ਤੂੰ ਮੈਨੂੰ ਦੱਸ ਆਪਦਾ ਹਿਸਾਬ ਕਿਤਾਬ ਕਰੀਏ ਆਪਾਂ, ਤੇਰੇ ਜਿੰਨੇ ਵੀ ਹੁਣ ਤੱਕ ਸੇਵਿੰਗ ਅਕਾਊਂਟ ਖੁੱਲ੍ਹੇ ਆ ਅੱਜ ਦੀ ਟਾਈਮ ਦੇ ਵਿੱਚ ਤੇਰੇ ਕੋਲ ਕਿੰਨੇ ਪੈਸੇ ਆ ਚੁੱਕੇ ਆ। ਉਹ ਕਹਿੰਦਾ ਜੀ ਮੇਰੇ ਕੋਲ 400 ਕਰੋੜ ਰੁਪਇਆ ਜਮ੍ਹਾਂ ਹੋਇਆ ਸੀ, ਅਤੇ RBI ਕਹਿੰਦਾ ਉਹਨਾਂ ਵਿੱਚੋਂ ਨਿਕਲੇ ਕਿੰਨੇ ਆ, ਕੁਛ ਕੁ ਕਢਵਾਉਣ ਵੀ ਗਏ ਹੋਣਗੇ, ਵੀ ਤੇਰੇ ਤੋਂ ਕਢਵਾਏ ਅੱਜ ਦੀ ਡੇਟ 'ਚ ਕਿੰਨੇ ਕਢਵਾ ਲਏ ਲੋਕਾਂ ਨੇ। ਉਹ ਕਹਿੰਦਾ ਸਰ ਅੱਜ ਤਾਂ ਕਢਾ ਹੀ ਬਹੁਤ ਲਏ, 375 ਕਢਵਾ ਲਏ, 375 ਕਰੋੜ ਲੋਕ ਕਢਾ ਕੇ ਲੈ ਗਏ, ਮੇਰੇ ਕੋਲ ਤਾਂ 25 ਕਰੋੜ ਰੁਪਇਆ ਸੇਵਿੰਗ 'ਚ ਰਹਿ ਗਿਆ ਬਸ, ਠੀਕ ਹੈ। 25 ਕਰੋੜ ਰੁਪਇਆ ਇੱਧਰੋਂ ਇਕੱਠਾ ਹੋ ਗਿਆ। ਹੁਣ RBI ਕਹਿੰਦਾ ਕਿ ਤੂੰ ਦੱਸ ਕਾਕਾ, ਤੇਰੇ ਜਿਹੜੇ FD ਖਾਤੇ ਆ ਜਾਂ RD ਖਾਤੇ ਆ, ਇਹਨਾਂ ਵਿੱਚ ਕਿੰਨੇ ਅੱਜ ਜਮ੍ਹਾਂ ਹੋਏ ਆ। ਕਹਿੰਦਾ ਜੀ ਅੱਜ 200 ਕਰੋੜ ਦੀਆਂ FDਆਂ ਹੋ ਚੁੱਕੀਆਂ ਅੱਜ ਦੇ ਦਿਨ 'ਚ। ਅਤੇ RBI ਕਹਿੰਦਾ ਯਾਰ ਟਰਮਸ ਕਿੰਨੇ ਜਾਣਿਆਂ ਦੀ ਪੂਰੀਆਂ ਹੋ ਗਈਆਂ, ਮਤਲਬ
ਕਿੰਨੇ ਜਾਣੇ ਅੱਜ ਕਢਾ ਕੇ ਲੈ ਗਿਆ, ਆਰਡੀ ਖਾਤੇ ਕਿੰਨਿਆਂ ਦੇ ਅੱਜ ਬੰਦ ਹੋ ਗਏ, ਜਾਂ ਐਫਡੀ ਖਾਤਿਆਂ ਦੀ ਕਿੰਨਿਆਂ ਦੀ ਟਰਮਸ ਅੱਜ ਪੂਰੀ ਹੋ ਗਈ ਅਤੇ ਕਿੰਨੇ ਕਢਾ ਕੇ ਲੈ ਗਏ। ਕਹਿੰਦਾ ਜੀ ਅੱਜ ਤਾਂ ਬਾਹਲੇ ਜਾਣਿਆਂ ਦੀ ਪੂਰੀ ਹੋ ਗਈ, ਪੁੱਛੋ ਹੀ ਨਾ, 125 ਕਰੋੜ ਰੁਪਇਆ ਅੱਜ ਖਾਤੇ 'ਚੋਂ ਕੱਢਤਾ ਜੀ ਮੈਂ। ਕਹਿੰਦਾ ਇੱਧਰੋਂ ਤਾਂ 75 ਕਰੋੜ ਰੁਪਇਆ ਹੀ ਮੈਨੂੰ ਬਣਿਆ। ਠੀਕ ਹੈ, ਇਹ ਮੇਰੇ ਕੋਲ ਲੋਕਾਂ ਦਾ ਹੀ ਪਿਆ 75 ਕਰੋੜ। ਹੁਣ ਟੋਟਲ ਇਹਦੇ ਕੋਲ ਕਿੰਨੇ ਹੋ ਗਏ, ਇਹਦੇ ਕੋਲ ਕਿੰਨੇ ਹੋ ਗਏ, 100 ਕਰੋੜ ਰੁਪਇਆ ਪਿਆ ਇਹਦੇ ਕੋਲ। ਠੀਕ ਹੈ, ਇਕੱਠਾ ਹੋਇਆ ਪਿਆ। ਇਹ ਕੀ ਚੀਜ਼ ਆ, ਇਹ ਨੈੱਟ, ਇਹ ਪੂਰੀ ਨੈੱਟ ਡਿਮਾਂਡ ਟਾਈਮ ਲਾਇਬਿਲਿਟੀ ਹੈ ਇਹਦੇ ਕੋਲ। ਠੀਕ ਹੈ, ਇਹ ਹੈਗੀ ਹੈ ਨੈੱਟ। ਠੀਕ ਹੈ, ਨੈੱਟ। ਹੁਣ ਦੇਖੋ RBI ਕੀ ਕਹੂਗਾ, RBI ਕੀ ਕਹੂਗਾ। ਹੁਣ ਮੰਨ ਲਓ ਯਾਰ ਇਹ ਬੈਂਕ ਆ ਹੈ ਨਾ, HDFC ਬੈਂਕ ਆ, ਇਹਦੇ ਕੋਲ 100 ਕਰੋੜ ਰੁਪਇਆ ਇਕੱਠਾ ਹੋ ਗਿਆ। ਇਹ ਹੁਣ ਕੀ ਕਰੂਗਾ, ਇਹ ਹੁਣ ਇਹਦਾ ਲੋਨ ਦਊਗਾ ਵੱਧ ਤੋਂ ਵੱਧ, ਬਈ ਮੈਂ ਇਹਦੇ 'ਤੇ ਵੱਧ ਤੋਂ ਵੱਧ ਪ੍ਰੋਫਿਟ ਕਮਾ ਲਾਂ। ਮੰਨ ਲਓ ਉਹਨੇ 10% ਇਹਨੇ ਇੰਟਰਸਟ ਦੇਤਾ ਅਤੇ 10 ਕਰੋੜ ਰੁਪਇਆ ਸਾਲ ਬਾਅਦ ਇਹਨੇ ਉਹ ਪ੍ਰੋਫਿਟ ਕਮਾ ਲਿਆ। ਠੀਕ ਹੈ, 100 ਕਰੋੜ ਅਤੇ 10 ਕਰੋੜ। ਪਰ RBI ਕੀ ਕਹੂਗਾ ਕਿ ਕਾਕਾ ਤੂੰ ਮੈਨੂੰ ਐਂ ਕਰ 4% ਦੇ ਦੇ, 4% ਮੈਨੂੰ ਇੱਧਰ ਦੇ ਦੇ, ਅਤੇ ਮੈਂ ਮੰਨ ਲਓ ਹੁਣ ਕੱਲ੍ਹ ਨੂੰ ਤੇਰਾ ਬੈਂਕ ਡੁੱਬ ਜਾਂਦਾ। ਠੀਕ ਹੈ, ਤਾਂ ਮੇਰੇ ਕੋਲ ਸਿਕਿਉਰਿਟੀ ਤਾਂ ਹੋਊਗੀ ਇੱਕ ਤਰ੍ਹਾਂ ਦੀ, ਤੇਰੇ ਪੈਸੇ ਪਏ ਮੇਰੇ ਕੋਲ, ਮੈਂ ਲੋਕਾਂ ਨੂੰ ਕੁਛ ਨਾ ਕੁਛ ਤਾਂ ਮੋੜਨ ਜੋਗਾ ਹੋਊਗਾ, ਮੈਨੂੰ 4% ਦੇ ਦੇ। ਇਹਨੂੰ ਦੇਣਾ ਹੀ ਪਊਗਾ। ਫਿਰ ਇਹਦੇ ਕੋਲ ਕਿੰਨਾ ਰਹਿ ਜੂ, 96 ਕਰੋੜ। ਠੀਕ ਹੈ, 96 ਕਰੋੜ। ਹੁਣ ਕੀ ਹੋਊਗਾ, ਹੁਣ ਜਿਹੜਾ ਹੈ ਇਹ ਪ੍ਰੋਫਿਟ ਤਾਂ ਓਨਾ ਹੀ ਕਮਾਉਣਾ ਚਾਹੂਗਾ। ਪ੍ਰੋਫਿਟ ਕਹੂਗਾ ਯਾਰ ਮੈਂ ਪ੍ਰੋਫਿਟ ਕਿਉਂ ਘੱਟ ਕਮਾਵਾਂ, ਫਿਰ ਇਹ ਕੁਛ ਨਾ ਕੁਛ ਇੰਟਰਸਟ ਦੇ ਵਿੱਚ ਕੀ ਆ ਵਧਾ ਦੂਗਾ। ਇੱਦਾਂ ਕੀ ਹੋਊਗਾ, ਪਹਿਲਾਂ ਕੀ ਸੀ, ਪਹਿਲਾਂ ਲੋਕਾਂ ਦੀ ਜਿਹੜੀ ਡਿਮਾਂਡ ਸੀ ਲੋਨ ਲੈਣ ਦੀ ਜ਼ਿਆਦਾ ਸੀ, ਕਿਉਂਕਿ ਉਹਨੇ ਰੇਟ ਆਫ ਇੰਟਰਸਟ ਘੱਟ ਰੱਖਿਆ ਹੋਇਆ ਸੀ। ਰੇਟ ਆਫ ਇੰਟਰਸਟ ਜਿਹੜਾ ਘੱਟ ਰੱਖਿਆ ਹੋਇਆ ਸੀ, ਰੇਟ ਉਹਨੇ ਘੱਟ ਰੱਖਿਆ ਹੋਇਆ ਸੀ। ਠੀਕ ਹੈ, ਔਰ ਲੋਨ ਦੀ ਡਿਮਾਂਡ ਕੀ ਆ ਜ਼ਿਆਦਾ ਸੀ। ਠੀਕ ਹੈ, ਪਰਚੇਜ਼ਿੰਗ ਪਾਵਰ ਕੀ ਸੀ ਜ਼ਿਆਦਾ ਸੀ, ਤਾਂ ਫਿਰ ਪਰਚੇਜ਼ਿੰਗ ਪਾਵਰ ਦੇ ਨਾਲ ਕੀ ਹੋ ਗਿਆ ਸੀ, ਪ੍ਰਾਈਸ ਜ਼ਿਆਦਾ ਵੱਧ ਗਿਆ ਸੀ। ਪ੍ਰਾਈਸ ਜ਼ਿਆਦਾ ਵਧੂਗਾ ਤਾਂ ਇਨਫਲੇਸ਼ਨ ਦੇ ਵਿੱਚ ਇਨਕਰੀਮੈਂਟ ਹੋਊਗਾ। ਠੀਕ ਹੈ, ਹੁਣ ਕੀ ਆ, ਹੁਣ ਜਦੋਂ ਉਹਨੇ ਪੈਸਾ RBI ਨੇ ਲੈ ਲਿਆ, RBI ਨੇ 4% ਲੈ ਲਿਆ। ਠੀਕ ਹੈ, ਹੁਣ ਇਹ ਕੀ ਕਰੂਗਾ, ਆਪਦਾ ਰੇਟ ਆਫ ਇੰਟਰਸਟ ਵਧਾ ਦੂਗਾ। ਠੀਕ ਹੈ, ਰੇਟ ਆਫ ਇੰਟਰਸਟ ਵਧਾਉਣ ਨਾਲ ਜਿਹੜੀ ਲੋਨ ਦੀ ਡਿਮਾਂਡ ਆ ਘੱਟ ਜੂਗੀ, ਪਰਚੇਜ਼ਿੰਗ ਪਾਵਰ ਘੱਟ ਜੂ, ਪ੍ਰਾਈਸ ਆਟੋਮੈਟਿਕਲੀ ਡਾਊਨ ਹੋ ਜੂ, ਅਤੇ ਇਨਫਲੇਸ਼ਨ ਹੋਣੀ ਨਹੀਂ, ਇਨਫਲੇਸ਼ਨ ਡਾਊਨ ਹੋ ਜੂ। ਸਮਝ ਲੱਗ ਗਈ ਇੱਥੋਂ ਤੱਕ ਕੀ ਸੀ ਫੰਡਾ? ਜੇ ਨਹੀਂ ਸਮਝ ਲੱਗਿਆ ਤਾਂ ਇੱਕ ਵਾਰੀ ਵੀਡੀਓ ਨੂੰ ਫੇਰ ਦੇਖ ਲੈਣਾ। ਠੀਕ ਹੈ, ਹੁਣ ਇਹ ਸੀ ਕੈਸ਼ ਰਿਜ਼ਰਵ ਰੇਸ਼ੋ। ਠੀਕ ਹੈ, ਆ ਜਿਹੜੀ 4% ਉਹਨੇ ਲਈ ਆ, ਇਹ ਕੀ ਆ, ਕੈਸ਼ ਰਿਜ਼ਰਵ ਰੇਸ਼ੋ। ਹੁਣ ਕਈ ਵਾਰ ਪੇਪਰ 'ਚ ਆ ਜਾਂਦਾ ਹੁੰਦਾ ਕੈਸ਼ ਰਿਜ਼ਰਵ ਰੇਸ਼ੋ ਕਿੰਨੀ ਹੋ ਸਕਦੀ ਆ, ਇਹਦੀ ਵੈਲਿਊ ਕਿੰਨੀ ਹੋ ਸਕਦੀ, 0 ਤੋਂ ਲੈ ਕੇ 100%। ਹੁਣ RBI ਤੋਂ 100 ਦਾ 100 ਕਰੋੜ, RBI HDFC ਤੋਂ 100 ਦਾ 100 ਕਰੋੜ ਵੀ ਮੰਗ ਸਕਦਾ ਸੀ, ਤੂੰ ਮੈਨੂੰ ਆਪਦੇ ਸਾਰੇ ਪੈਸੇ ਦੇ ਦੇ। ਠੀਕ ਹੈ, ਔਰ ਉਹਨੂੰ ਦੇਣੇ ਹੀ ਪੈਣੇ ਸੀ। ਅਤੇ ਇਹ ਐਂ ਹੋਊਗਾ ਇਨ ਟਰਮਸ ਆਫ, ਹਮੇਸ਼ਾ ਇਹ ਕੈਸ਼ ਹੋਊਗਾ, ਇਨ ਕੈਸ਼। ਮੰਨ ਲਓ ਹੁਣ ਇਹ 4 ਕਰੋੜ ਰੁਪਏ ਇਹਨਾਂ ਨੇ ਮੰਗ ਕੀਤੀ। ਠੀਕ ਹੈ, 4 ਕਰੋੜ ਦੀ ਮੰਗ ਕੀਤੀ। ਹੁਣ ਆਪਣਾ HDFC ਕਹੂਗਾ ਯਾਰ ਮੇਰੇ ਕੋਲ ਨਾ ਪ੍ਰੋਪਰਟੀ ਆ, ਪ੍ਰੋਪਰਟੀ ਪਈ ਹੈ 4 ਕਰੋੜ ਦੀ, ਤੂੰ ਕਾਗਜ਼ ਲੈ ਲਾ। RBI ਨੂੰ ਕਹੂਗਾ ਵੀ ਤੂੰ ਕਾਗਜ਼ ਲੈ ਲਾ, ਪ੍ਰੋਪਰਟੀ ਆ, ਜਿਵੇਂ RBI ਆ। ਠੀਕ ਆ, RBI ਆ, HDFC ਆ। ਇਹ ਕਹੂਗਾ ਯਾਰ ਤੂੰ ਮੇਰੇ ਕੋਲ ਨਾ ਕਾਗਜ਼ ਲੈ ਲਾ, ਇਹਦੇ ਪ੍ਰੋਪਰਟੀ ਪਈ ਆ ਅਤੇ 4 ਕਰੋੜ ਦੀ ਪ੍ਰੋਪਰਟੀ ਆ। ਇਹ ਕਹਿੰਦਾ ਨਾ ਨਾ ਨਾ, ਪ੍ਰੋਪਰਟੀ ਦਾ ਮੈਂ ਕੀ ਕਰਨਾ, ਇਹ ਤਾਂ ਕਾਗਜ਼ ਆ, ਮੈਂ ਕੀ ਕਰਨਾ। ਉਹੀ ਗੱਲ, ਤੇਰੇ ਕੋਲ ਤਾਂ ਪੈਸਾ ਓਨਾ ਹੀ ਰਹਿ ਗਿਆ, ਤੂੰ ਮਾਰਕੀਟ 'ਚ ਫੇਰ ਵਧਾਏਂਗਾ। ਨਹੀਂ ਨਹੀਂ ਕਾਕਾ, ਮੈਨੂੰ ਤਾਂ ਪੈਸੇ ਚਾਹੀਦੇ ਆ, ਇਨ ਟਰਮਸ ਆਫ ਕੈਸ਼ ਚਾਹੀਦਾ। ਠੀਕ ਆ, ਇਹਨੇ ਕੀ ਕੀਤਾ, ਇਨ ਕੈਸ਼ ਹੋਣੀ ਚਾਹੀਦੀ, ਕੈਸ਼ ਜਿਹੜੀ ਕੈਸ਼ ਰਿਜ਼ਰਵ ਰੇਸ਼ੋ ਆ ਇਨ ਕੈਸ਼ ਦੇ ਵਿੱਚ ਹੋਣੀ ਚਾਹੀਦੀ ਆ। RBI ਬੈਂਕ ਕੋਲੋਂ ਕੈਸ਼ ਲਊਗਾ, ਕੋਈ ਹੋਰ ਪ੍ਰੋਪਰਟੀ ਗਹਿਣੇ ਵਗੈਰਾ ਕੁਛ ਨਹੀਂ ਲਊਗਾ। ਠੀਕ ਹੈ, ਅਤੇ ਕਈ ਵਾਰ ਪੁੱਛ ਲਿਆ ਜਾਂਦਾ ਕੈਸ਼ ਰਿਜ਼ਰਵ ਰੇਸ਼ੋ ਕਿਹੜੇ ਸੈਕਸ਼ਨ ਦੇ ਅੰਡਰ ਆਉਂਦੀ ਆ, ਇਹ ਆਉਂਦੀ ਆ ਸੈਕਸ਼ਨ 42 ਆਫ RBI ਐਕਟ 1934। ਇੱਥੇ ਆਪਣਾ CRR ਇੱਥੇ ਅੱਜ ਆਪਣਾ ਖਤਮ ਹੁੰਦਾ। ਹੁਣ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੜ੍ਹਾਊਂਗਾ SLR। ਠੀਕ ਹੈ, ਸਟੈਚੂਟਰੀ ਲਿਕੁਇਡ ਰੇਸ਼ੋ ਕੀ ਹੁੰਦੀ ਆ, ਉਹ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸੂਗਾ। ਵੀਡੀਓ ਜ਼ਿਆਦਾ ਲੰਮੀ ਨਹੀਂ ਆਪਾਂ ਕਰਦੇ। ਠੀਕ ਹੈ, ਇਹਦੇ ਵਿੱਚ ਡਾਇਰੈਕਟ ਟੂਲ ਦੇ ਵਿੱਚ ਇੱਕ ਆਪਾਂ ਪੜ੍ਹਾਂਗੇ ਕੈਸ਼ ਰਿਜ਼ਰਵ ਰੇਸ਼ੋ ਜੋ ਕਿ ਆਪਣਾ ਕੰਪਲੀਟ ਹੋ ਗਿਆ, ਔਰ ਦੂਸਰਾ ਆਪਾਂ ਪੜ੍ਹਾਂਗੇ SLR। ਠੀਕ ਹੈ, SLR। ਓਕੇ, ਇਹ ਆਪਾਂ ਮਿਲਦੇ ਹਾਂ ਹੁਣ ਅਗਲੀ ਵੀਡੀਓ ਦੇ ਵਿੱਚ। ਓਕੇ ਜੀ, ਅਗਰ ਵੀਡੀਓ ਪਸੰਦ ਆਈ ਲਾਈਕ ਕਰ ਦਿਓ ਜੇ, ਸ਼ੇਅਰ ਕਰ ਦਿਓ ਜੇ, ਅਤੇ ਚੈਨਲ ਨੂੰ ਦੱਬ ਕੇ ਸਬਸਕ੍ਰਾਈਬ ਕਰ ਦਿਓ ਜੇ। ਤਬ ਤੱਕ ਕੇ लिए रब रखा।